हाँ जी स्टूडेंट्स, ਅੱਜ ਅਸੀਂ ਆਪਣੀ 11ਵੀਂ ਕਲਾਸ ਦੇ ਸੈਕਸ਼ਨ ਏ ਦਾ 7ਵਾਂ ਐਸੇ ਵਾਟਰ ਆਰ ਟਰੂ ਇਲੈਕਸਰ ਜਿਸ ਨੂੰ ਕਿ ਡਾਕਟਰ ਡੀ.ਵੀ. ਜਿੰਦਲ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਇਹ ਦੂਸਰਾ ਵੀਡੀਓ ਹੈ। ਪਹਿਲੇ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਤੁਹਾਨੂੰ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸ਼ੁਰੂ ਕਰਵਾਈ ਸੀ, ਜਿਸ ਦੇ ਵਿੱਚ ਇਸ ਚੈਪਟਰ ਦੇ ਵਿੱਚ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਵੀ ਤੁਹਾਨੂੰ ਮੈਂ ਸਾਰਾ ਕਵਰ ਕਰਾਇਆ ਹੈ। ਅਤੇ ਫਿਰ ਇਸ ਚੈਪਟਰ ਦਾ ਪੇਜ ਨੰਬਰ 65 ਅਤੇ 66 ਦਾ ਕਾਫੀ ਹਿੱਸਾ ਤੁਹਾਨੂੰ ਮੈਂ ਆਲਰੇਡੀ ਸਮਝਾ ਚੁੱਕਿਆ ਹਾਂ। ਅੱਜ ਅਸੀਂ ਇਸ ਚੈਪਟਰ ਦਾ ਬਾਕੀ ਰਹਿੰਦਾ ਹਿੱਸਾ ਕਵਰ ਕਰਾਂਗੇ। ਸਟੂਡੈਂਟਸ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੈਂ ਕਲਾਸ +1 ਦੇ ਜਨਰਲ ਇੰਗਲਿਸ਼ ਦੇ ਪਹਿਲੇ 6 ਐਸੇ, ਜਿਨ੍ਹਾਂ ਦੇ ਵਿੱਚ ਜੈਂਡਰ ਬਾਇਸ, ਦਾ ਪੋਰਟਰੇਟ ਆਫ ਅ ਲੇਡੀ, ਲਿਬਰਟੀ ਐਂਡ ਡਿਸਿਪਲਿਨ, ਅ ਪ੍ਰੈਜ਼ੀਡੈਂਟ ਸਪੀਕਸ, ਦਾ ਅਰਥ ਇਜ਼ ਨੋਟ ਆਰਸ ਅਤੇ ਲੈਟਸ ਨੋਟ ਫੋਰਗੇਟ ਦਾ ਮਾਰਟਰਸ ਸ਼ਾਮਿਲ ਨੇ। ਇਹਨਾਂ ਸਾਰੇ ਐਸੇਜ਼ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦਾ ਕਵਰ ਕਰਵਾਈ ਹੀ ਹੈ ਅਤੇ ਨਾਲ ਹੀ ਇਹਨਾਂ ਚੈਪਟਰਸ ਦੇ ਐਂਡ ਤੇ ਦਿੱਤੇ ਹੋਏ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਐਕਸਰਸਾਈਜ਼ਿਸ ਵਿਦ ਸੋਲੂਸ਼ਨ ਮੈਂ ਡਿਸਕਸ ਕੀਤੇ ਨੇ ਅਤੇ ਇਹਨਾਂ ਸਾਰਿਆਂ ਦੀ ਵੀਡੀਓਜ਼ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਆਲਰੇਡੀ ਕਰ ਚੁੱਕਿਆ ਹਾਂ। ਜੇਕਰ ਤੁਹਾਡਾ ਇਹਨਾਂ ਦੇ ਵਿੱਚੋਂ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਤੇ ਕਲਾਸ +1 ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਇਸ ਲਿੰਕ ਤੇ ਜਾ ਕੇ ਤੁਸੀਂ ਉਹ ਸਾਰੇ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਡੇ ਮਿਸ ਹੋਏ ਹਨ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਪ੍ਰੋਟੈਕਟਿੰਗ ਫੋਰੈਸਟ ਮੀਨਸ ਪ੍ਰੋਟੈਕਟਿੰਗ ਵਾਟਰ ਕੈਚਮੈਂਟਸ। ਕਹਿੰਦੇ ਜੇਕਰ ਅਸੀਂ ਜੰਗਲਾਂ ਦੀ ਸੰਭਾਲ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਵਾਟਰ ਕੈਚਮੈਂਟਸ ਦੀ ਸੰਭਾਲ ਕਰ ਰਹੇ ਹਾਂ ਨਾ। ਵਾਟਰ ਕੈਚਮੈਂਟ ਦਾ ਮਤਲਬ ਹੁੰਦਾ ਹੈ, ਕੈਚਮੈਂਟ ਦਾ ਮਤਲਬ ਤੁਹਾਡੀ ਗਲੋਸਰੀ 'ਚ ਲਿਖਿਆ ਦਾ ਏਰੀਆ ਫਰੋਮ ਵਿਚ ਰੇਨ ਫਲੋਜ਼ ਇਨਟੂ ਅ ਪਰਟੀਕੂਲਰ ਰਿਵਰ ਔਰ ਲੇਕ। ਤਾਂ ਰੇਨ ਦਾ ਪਾਣੀ ਜਿਸ ਏਰੀਆ ਤੋਂ ਲੇਕ ਜਾਂ ਰਿਵਰ 'ਚ ਜਾਂਦਾ ਹੈ ਤਾਂ ਉਸ ਏਰੀਆ ਨੂੰ ਆਪਾਂ ਕੈਚਮੈਂਟ ਕਹਿੰਦੇ ਹਾਂ। ਤਾਂ ਇਹ ਬਹੁਤ ਹੀ ਜ਼ਿਆਦਾ ਸਾਡੇ ਲਈ ਮਹੱਤਵਪੂਰਨ ਏਰੀਆ ਹੁੰਦਾ, ਕਿਉਂਕਿ ਪਾਣੀ ਸਾਡੀਆਂ ਨਦੀਆਂ ਅਤੇ ਝੀਲਾਂ ਦੇ ਵਿੱਚ ਆ ਰਿਹਾ ਹੈ। ਤਾਂ ਵਾਟਰ ਕੈਚਮੈਂਟਸ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ। ਫੋਰੈਸਟ ਨੂੰ ਜੇਕਰ ਅਸੀਂ ਜੰਗਲਾਂ ਨੂੰ ਪ੍ਰੋਟੈਕਟ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਵਾਟਰ ਕੈਚਮੈਂਟਸ ਨੂੰ ਪ੍ਰੋਟੈਕਟ ਕਰ ਰਹੇ ਹਾਂ। In ancient India, people believed that forests were the mothers of rivers and worshipped the sources of these water bodies. ਪੁਰਾਤਨ ਭਾਰਤ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਇਹ ਮੰਨਦੇ ਸੀ ਕਿ ਜਿਹੜੇ ਜੰਗਲ ਨੇ ਇਹ ਨਦੀਆਂ ਦੀਆਂ ਮਾਵਾਂ ਨੇ ਅਤੇ ਉਹਨਾਂ ਦੀ ਉਹ ਪੂਜਾ ਕਰਦੇ ਸੀ ਇਹਨਾਂ ਵਾਟਰ ਬੋਡੀਜ਼ ਦੀ। ਤਾਂ ਬੱਚਿਓ, ਆਪਾਂ ਕਹਿ ਦਿੰਦੇ ਹਾਂ ਵੈਸੇ ਸਾਡੇ ਪੁਰਾਣੇ ਲੋਕ ਪੜ੍ਹੇ ਲਿਖੇ ਨਹੀਂ ਸੀ, ਭਰਮ ਭੁਲੇਖਿਆਂ 'ਚ ਪਏ ਹੋਏ ਸੀ, ਪਰ ਬੱਚਿਓ ਉਹਨਾਂ ਦੀ ਇੱਕ ਖਾਸੀਅਤ ਸੀ, ਉਹ ਨੇਚਰ ਦੇ ਨਾਲ ਜੁੜੇ ਹੋਏ ਸੀ। ਉਹ ਜੰਗਲਾਂ ਦੀ, ਰੁੱਖਾਂ ਦੀ, ਇਹਨਾਂ ਦੀ ਪੂਜਾ ਕਰਦੇ ਸੀ। ਤਾਂ ਉਹ ਕੋਈ ਕਾਰਨ ਸੀ, ਉਹ ਕਾਰਨ ਇਹੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਜੰਗਲ ਨੇ ਸਾਡੀ ਨਦੀਆਂ ਨੂੰ ਪਾਣੀ ਦਿੰਦੇ ਨੇ, ਇਹ ਵਾਟਰ ਕੈਚਮੈਂਟਸ ਨੇ, ਇਸ ਕਰਕੇ ਉਹਨਾਂ ਦੀ ਪੂਜਾ ਕਰਦੇ। ਵਾਟਰ ਇਜ਼ ਅ ਸੋਰਸ ਆਫ ਬਿਊਟੀ ਐਂਡ ਜੋਏ। ਪਾਣੀ ਸੁੰਦਰਤਾ ਅਤੇ ਆਨੰਦ ਦਾ ਸੋਰਸ ਹੈ, ਸਾਧਨ ਹੈ ਇਹ। ਇਟ ਐਡਸ ਟੂ ਦਾ ਬਿਊਟੀ ਆਫ ਨੇਚਰ। ਇਹ ਕੁਦਰਤ ਦੀ ਸੁੰਦਰਤਾ ਦੇ ਵਿੱਚ ਚਾਰ ਚੰਦ ਲਾਉਂਦਾ ਹੈ, ਉਸਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਇਟ ਮੇ ਬੀ ਅ ਲਿਟਲ ਸਟਰੀਮ ਟ੍ਰਿਕਲਿੰਗ ਡਾਊਨ ਦਾ ਰੌਕਸ ਔਰ ਅ ਵਾਟਰਫਾਲ ਬਿਗ ਔਰ ਸਮਾਲ। ਕਹਿੰਦੇ ਇਹ ਕਿਸੇ ਵੀ ਸ਼ੇਪ 'ਚ ਹੋ ਸਕਦਾ ਹੈ, ਜਿਵੇਂ ਇਹ ਇੱਕ ਛੋਟੀ ਜਿਹੀ ਪਾਣੀ ਦੀ ਧਾਰਾ ਦੇ ਸ਼ੇਪ 'ਚ ਵੀ ਹੋ ਸਕਦਾ ਹੈ, ਜਿਹੜੀ ਕਿ ਚੱਟਾਨਾਂ ਤੋਂ ਜਾਂ ਇੱਕ ਝਰਨੇ ਤੋਂ ਨੀਚੇ ਵਗ ਰਹੀ ਹੈ, ਟ੍ਰਿਕਲ ਡਾਊਨ ਨੀਚੇ ਨੂੰ ਜਾ ਰਹੀ ਹੈ। ਤਾਂ ਉਹ ਵੀ ਦੇਖੋ ਕਿੰਨੀ ਸੋਹਣੀ ਲੱਗਦੀ ਹੈ, ਇੱਦਾਂ ਦਾ ਸੀਨ ਕਿੰਨਾ ਸੋਹਣਾ ਲੱਗਦਾ ਬੱਚਿਓ। ਇਟ ਇਜ਼ ਅ ਜੋਏ ਟੂ ਦੀ ਆਈਜ਼। ਕਹਿੰਦੇ ਇਹ ਸਾਡੀਆਂ ਅੱਖਾਂ ਨੂੰ ਆਨੰਦ ਦਿੰਦਾ ਹੈ। ਐਂਡ ਅ ਫਰੈਸ਼ਨਿੰਗ ਬ੍ਰੈਥ ਆਫ ਬਿਊਟੀ ਟੂ ਦਾ ਮਾਈਂਡ। ਅਤੇ ਸਾਡੇ ਮਨ ਨੂੰ ਇਹ
ਸੁੰਦਰਤਾ ਦੀ ਇੱਕ ਤਾਜ਼ੀ ਬ੍ਰੈਥ ਦਿੰਦਾ ਹੈ, ਮਤਲਬ ਕਿ ਸਾਡਾ ਮਨ ਖੁਸ਼ ਹੋ ਜਾਂਦਾ ਅਜਿਹੀਆਂ ਚੀਜ਼ਾਂ ਦੇਖ ਕੇ। ਬਰੁਕਸ ਐਂਡ ਰਿਵਰਸ ਡਾਂਸਿੰਗ ਡਾਊਨ ਦਾ ਹੀਲਸ ਔਨ ਦੇਅਰ ਮੈਜੈਸਟਿਕ ਜਰਨੀ ਟੂ ਦਾ ਸੀ ਇਨ ਦੇਅਰ ਸਰਪੈਂਟਾਈਨ ਵੇਜ਼ ਐਡ ਅ ਟੱਚ ਆਫ ਨੋਵੈਲਿਟੀ ਟੂ ਦਾ ਸੀਨ। ਬਰੁਕ ਦਾ ਮਤਲਬ ਬੱਚਿਓ ਇੱਥੇ ਸਮਾਲ ਰਿਵਰ ਕਿਹਾ ਗਿਆ, ਛੋਟੀ ਨਦੀ ਨੂੰ ਬਰੁਕ ਕਹਿੰਦੇ ਨੇ, ਰਿਵਰ ਤਾਂ ਨਦੀ ਹੁੰਦੀ ਹੈ। ਤਾਂ ਇੱਥੇ ਚਾਹੇ ਨਦੀ ਹੋਵੇ ਚਾਹੇ ਛੋਟੀ ਨਦੀ ਹੋਵੇ, ਉਹ ਜਦੋਂ ਡਾਂਸ ਕਰਦੀਆਂ ਹੋਈਆਂ ਪਹਾੜੀਆਂ ਦੇ ਨੀਚੋਂ ਦੀ ਆ ਰਹੀਆਂ ਹੁੰਦੀਆਂ ਨੇ ਤੇ ਆਪਣੀ ਸਾਗਰ ਵੱਲ ਯਾਤਰਾ ਨੂੰ ਪੂਰੀਆਂ ਕਰ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਯਾਤਰਾ ਮੈਜਿਸਟਿਕ ਲੱਗਦੀ ਹੈ। ਮੈਜਿਸਟਿਕ ਦਾ ਮਤਲਬ ਇੱਥੇ ਲਿਖਿਆ ਹੋਇਆ ਇੰਪ੍ਰੈਸਿਵ ਬਿਕੋਜ਼ ਆਫ ਸਾਈਜ਼ ਔਰ ਬਿਊਟੀ, ਆਫ ਇੰਸਪਾਇਰਿੰਗ ਸਪਲੈਂਡਿਡ, ਇਹਦਾ ਮਤਲਬ ਹੋ ਗਿਆ ਜੀ ਸ਼ਾਨਦਾਰ। ਇਹ ਜਿਹੜੀ ਯਾਤਰਾ ਹੈ ਹਿਲਸ ਤੋਂ ਸਮੁੰਦਰ ਤੱਕ ਦੀ, ਕਿੰਨੀ ਸ਼ਾਨਦਾਰ ਯਾਤਰਾ ਹੁੰਦੀ ਹੈ ਅਤੇ ਉਹ ਕਿਵੇਂ ਚੱਲਦੀਆਂ ਨੇ? ਇਨ ਦੇਅਰ ਸਰਪੈਂਟਾਈਨ ਵੇਜ਼। ਸਰਪੈਂਟਾਈਨ ਸ਼ਬਦ ਵੀ ਤੁਹਾਡੀ ਬੱਚਿਓ ਗਲੋਸਰੀ 'ਚ ਲਿਖਿਆ ਹੈ। ਤਾਂ ਸਰਪੈਂਟਾਈਨ ਦਾ ਮਤਲਬ ਹੈ ਬੈਂਡਿੰਗ ਐਂਡ ਟਵਿਸਟਿੰਗ ਲਾਈਕ ਅ ਸਨੇਕ। ਤਾਂ ਇੱਕ ਜਿਵੇਂ ਸੱਪ ਵੱਲ ਖਾ ਕੇ ਤੁਰਦਾ ਹੈ ਤਾਂ ਉਸ ਨੂੰ ਆਪਾਂ ਸਰਪੈਂਟਾਈਨ ਕਹਿੰਦੇ ਹਾਂ। ਵੈਸੇ ਵੀ ਬੱਚਿਓ ਸਰਪੈਂਟ ਦਾ ਮਤਲਬ ਸੱਪ ਹੁੰਦਾ ਹੈ ਤੇ ਸਰਪੈਂਟਾਈਨ ਜਿਹੜਾ ਸ਼ਬਦ ਹੈ ਉਸ ਤੋਂ ਹੀ ਬਣਿਆ ਹੋਇਆ। ਤਾਂ ਉਹ ਸੱਪ ਦੀ ਤਰ੍ਹਾਂ ਉਹ ਚੱਲਦੀਆਂ ਨੇ ਤੇ ਇਹ ਸੀਨ ਨੂੰ ਇੱਕ ਨਵੀਨਤਾ ਦੀ ਟੱਚ ਦਿੰਦੀਆਂ ਨੇ, ਇੱਕ ਨਵੀਨਤਾ ਪ੍ਰਦਾਨ ਕਰਦੀਆਂ ਨੇ। ਕਿੰਨਾ ਸੋਹਣਾ ਲੱਗਦਾ ਇਹ ਸਾਰਾ ਦ੍ਰਿਸ਼। ਇੱਥੇ ਨੋਵੈਲਟੀ ਦਾ ਮਤਲਬ ਹੈ ਜੀ ਨਵੀਨਤਾ। ਸਮੌਲ ਟੈਂਕਸ, ਲੇਕਸ ਔਰ ਬਿਗ ਓਸ਼ਨਸ ਅਰਨ ਰਿਚ ਟ੍ਰਿਬਿਊਟਸ ਫਰੋਮ ਸੈਂਸਿਟਿਵ ਪੋਇਟਸ। ਹੁਣ ਛੋਟੀਆਂ ਨਦੀਆਂ ਹੋਣ, ਝਰਨੇ ਹੋਣ ਜਾਂ ਵੱਡੇ ਵੱਡੇ ਮਹਾਸਾਗਰ ਹੋਣ, ਉਹਨਾਂ ਨੂੰ ਦੇਖ ਕੇ ਜਿਹੜੇ ਸੈਂਸਿਟਿਵ ਪੋਇਟਸ ਨੇ, ਜੋ ਗੰਭੀਰ ਕਵੀ ਨੇ, ਉਹਨਾਂ ਨੇ ਆਪਣੀਆਂ ਵੱਡੀਆਂ ਵੱਡੀਆਂ ਸ਼ਰਧਾਂਜਲੀਆਂ ਦਿੱਤੀਆਂ ਨੇ। ਤੇ ਇਹਨਾਂ ਕਵੀਆਂ 'ਚ ਸਾਨੂੰ ਕਈ ਕਵੀਆਂ ਦਾ ਨਾਮ ਯਾਦ ਬੱਚਿਓ ਆ ਜਾਂਦਾ ਹੈ, ਜਿਹਦੇ ਵਿੱਚ ਇੱਕ ਕਵੀ ਨੇ ਜੀ ਸਰ ਵਿਲੀਅਮ ਵਰਡਸਵਰਥ, ਜਿਨ੍ਹਾਂ ਦੀਆਂ ਪੋਇਮਸ ਤੁਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਪੜ੍ਹੀਆਂ ਨੇ। ਉਹਨਾਂ ਨੇ ਨਦੀਆਂ 'ਤੇ, ਜੰਗਲਾਂ 'ਤੇ, ਝਰਨਿਆਂ 'ਤੇ, ਸਾਰਿਆਂ 'ਤੇ ਪੋਇਮਸ ਲਿਖੀਆਂ ਨੇ। ਅ ਗ੍ਰੇਟ ਰਾਈਟਰ ਰੋਟ, ਇੱਕ ਮਹਾਨ ਲੇਖਕ ਨੇ ਲਿਖਿਆ ਕਿ ਵਾਟਰ ਇਨ ਅ ਲੈਂਡਸਕੇਪ ਮੇ ਬੀ ਕੰਪੇਅਰਡ ਟੂ ਦੀ ਆਈਜ਼ ਇਨ ਅ ਹਿਊਮਨ ਫੇਸ। ਕਹਿੰਦੇ ਜੇਕਰ ਕੋਈ ਲੈਂਡਸਕੇਪ ਸਾਨੂੰ ਵਾਟਰ ਦਿਖਦਾ ਨਾ, ਲੈਂਡਸਕੇਪ ਦਾ ਮਤਲਬ ਬਹੁਤ ਵੱਡੀ ਸਾਰੀ ਜ਼ਮੀਨ ਦੇ ਵਿੱਚ ਅਸੀਂ ਜਦੋਂ ਇੱਕ ਨਜ਼ਰ 'ਚ ਉਸ ਨੂੰ ਦੇਖੀਏ ਤਾਂ ਉਹਦੇ ਵਿੱਚ ਜੇਕਰ ਸਾਨੂੰ ਵਾਟਰ ਦਿਖਦਾ ਹੈ ਤਾਂ ਅਸੀਂ ਉਸ ਨੂੰ ਆਪਣੇ ਹਿਊਮਨ ਫੇਸ ਦੀਆਂ ਆਈਜ਼ ਦੇ ਨਾਲ ਅਸੀਂ ਉਹਦੀ ਤੁਲਨਾ ਕਰ ਸਕਦੇ ਹਾਂ। ਸਾਡੇ ਚਿਹਰੇ ਦੀਆਂ ਜਿਹੜੀਆਂ ਆਈਜ਼ ਨੇ ਉਹਦੇ ਨਾਲ ਅਸੀਂ ਉਸ ਲੈਂਡਸਕੇਪ ਵਾਲੇ ਵਾਟਰ ਦੀ ਤੁਲਨਾ ਕਰ ਸਕਦੇ ਹਾਂ। ਕਹਿੰਦੇ ਇਟ ਰਿਫਲੈਕਟਸ ਦਾ ਮੂਡ ਆਫ ਦੀ ਆਰ। ਕਹਿੰਦੇ ਇਹ ਸਮੇਂ ਦੇ ਸਾਡੇ ਮੂਡ ਨੂੰ ਦੱਸਦਾ ਹੈ। ਕਿਵੇਂ? ਕਿ ਬੀਇੰਗ ਬ੍ਰਾਈਟ ਐਂਡ ਗੇ ਵੈਨ ਦਾ ਸਨ ਸ਼ਾਈਨਸ। ਤਾਂ ਜਦੋਂ ਹੁਣ ਉਸ ਲੈਂਡਸਕੇਪ ਦੇ ਵਿੱਚ ਸਨ ਬੱਚਿਓ ਚਮਕ ਰਿਹਾ ਹੋਵੇ, ਸੂਰਜ ਦੀ ਰੋਸ਼ਨੀ ਖਿੜੀ ਹੋਵੇ, ਤਾਂ ਬਹੁਤ ਹੀ ਬ੍ਰਾਈਟ ਲੱਗਦਾ ਸਾਨੂੰ ਉਹ ਸਾਰਾ ਲੈਂਡਸਕੇਪ ਅਤੇ ਗੇ ਲੱਗਦਾ। ਤਾਂ ਗੇ ਦਾ ਮਤਲਬ ਇੱਥੇ ਫੁੱਲ ਆਫ ਫਨ, ਫੁੱਲ ਆਫ ਇੰਜੋਇਮੈਂਟ। ਟਰਨਿੰਗ ਟੂ ਡਾਰਕ ਐਂਡ ਗਲੂਮੀ ਵੈਨ ਦਾ ਸਕਾਈ ਇਜ਼ ਓਵਰਕਾਸਟ। ਹੁਣ ਉਸੇ ਤਰ੍ਹਾਂ ਜੇਕਰ ਲੈਂਡਸਕੇਪ ਦੇ ਵਿੱਚ ਓਵਰਕਾਸਟ ਆ ਜੀ, ਤਾਂ ਓਵਰਕਾਸਟ ਦਾ ਮਤਲਬ ਹੁੰਦਾ ਜੀ ਜਦੋਂ ਸਕਾਈ ਓਵਰਕਾਸਟ ਹੋ ਜੇ, ਆਸਮਾਨ ਦੇ ਬੱਦਲ ਛਾ ਜਾਣ। ਓਵਰਕਾਸਟ ਦਾ ਮਤਲਬ ਤੁਹਾਡੇ ਇੱਥੇ ਗਲੋਸਰੀ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਵਰਡ ਵਿਦ ਕਲਾਊਡਸ ਡਲ। ਤਾਂ ਮਤਲਬ ਜਦੋਂ ਬੱਦਲ ਛਾ ਜਾਂਦੇ ਨੇ ਉਹਨੂੰ ਅਸੀਂ ਓਵਰਕਾਸਟ ਕੰਡੀਸ਼ਨ ਕਹਿੰਦੇ ਹਾਂ। ਤਾਂ ਫਿਰ ਉਹੀ ਜਿਹੜਾ ਵਾਟਰ ਹੈ ਉਹ ਸਾਨੂੰ ਡਾਰਕ ਤੇ ਗਲੂਮੀ ਨਜ਼ਰ ਆਉਂਦਾ ਹੈ ਨਾ। ਗਲੂਮੀ ਦਾ ਮਤਲਬ ਲਿਖਿਆ ਹੋਇਆ ਨੀਅਰਲੀ ਡਾਰਕ ਔਰ ਬੈਡਲੀ ਲੀਟ ਇਨ ਦਾ ਵੇ ਦੈਟ ਮੇਕਸ ਯੂ ਫੀਲ ਸੈਡ, ਡਿਪਰੈਸਿੰਗ। ਗਲੂਮੀ ਦਾ ਮਤਲਬ ਜਿਸ ਚੀਜ਼ ਨੂੰ ਦੇਖ ਕੇ ਮਨ 'ਚ ਨਿਰਾਸ਼ਾ ਆਉਂਦੀ ਹੈ ਉਹਨੂੰ ਅਸੀਂ ਗਲੂਮੀ ਕਹਿੰਦੇ ਹਾਂ। ਤਾਂ ਜਦੋਂ ਓਵਰਕਾਸਟ ਕੰਡੀਸ਼ਨ ਦੇ ਵਿੱਚ ਅਸੀਂ ਉਸੇ ਪਾਣੀ ਨੂੰ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਵਧੀਆ ਫੀਲ ਨਹੀਂ ਹੁੰਦਾ। ਇਹ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਸਾਡਾ ਚਿਹਰਾ ਖਿੜਿਆ ਹੋਵੇ ਤਾਂ ਅੱਖਾਂ ਵੀ ਸਾਨੂੰ ਚਮਕਦੀਆਂ ਨਜ਼ਰ ਆਉਂਦੀਆਂ ਨੇ, ਲੇਕਿਨ ਜੇ ਸਾਡਾ ਚਿਹਰਾ ਹੀ ਸਾਨੂੰ ਦੁਖੀ ਦੁਖੀ ਨਜ਼ਰ ਆਉਂਦਾ ਹੈ ਤਾਂ ਅੱਖਾਂ ਵੀ ਸਾਨੂੰ ਗਲੂਮੀ ਨਜ਼ਰ ਆਉਂਦੀਆਂ ਨੇ, ਜਿਹਨੂੰ ਦੇਖ ਕੇ ਕਿਸੇ ਦਾ ਵੀ ਮਨ ਨਿਰਾਸ਼ਾ 'ਚ ਘਿਰ ਸਕਦਾ ਹੈ। ਤਾਂ ਇਸ ਤਰੀਕੇ ਦੇ ਨਾਲ ਉਸ ਰਾਈਟਰ ਨੇ ਲੈਂਡਸਕੇਪ ਦੇ ਪਾਣੀ ਨੂੰ ਫੇਸ ਦੀਆਂ ਆਈਜ਼ ਦੇ ਨਾਲ ਕੰਪੇਅਰ ਕੀਤਾ ਹੈ। Over the years, rising populations, growing industrialization and expanding agriculture have pushed up the demand for water. ਕਹਿੰਦੇ ਸਮੇਂ ਦੌਰਾਨ ਦੇਖੋ ਜਨਸੰਖਿਆ ਵੱਧ ਰਹੀ ਹੈ, ਰਾਈਜ਼ਿੰਗ ਪਾਪੂਲੇਸ਼ਨਸ, ਤੇ ਉਦਯੋਗੀਕਰਨ ਦੀ ਗਤੀ ਵੀ ਵੱਧ ਰਹੀ ਹੈ, ਉਦਯੋਗ ਲੱਗ ਰਹੇ ਨੇ ਬਹੁਤ ਜ਼ਿਆਦਾ, ਅਤੇ ਖੇਤੀਬਾੜੀ ਵੀ ਫੈਲ ਰਹੀ ਹੈ। ਉਹਦੇ ਨਾਲ ਫਿਰ ਪਾਣੀ ਦੀ ਜਿਹੜੀ ਡਿਮਾਂਡ ਹੈ ਨਾ ਉਹ ਪੁਸ਼ਅਪ ਹੋਈ ਹੈ ਨਾ। ਪੁਸ਼ਅਪ ਦਾ ਮਤਲਬ ਹੈ ਕਿ ਵਧੀ ਹੈ ਮੰਗ ਪਾਣੀ ਦੀ। ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਪਾਣੀ ਦੀ ਮੰਗ ਵਧੀ ਹੈ, ਚਾਹੇ ਇੰਡਸਟਰੀਲਾਈਜੇਸ਼ਨ ਹੋਵੇ, ਪਾਪੂਲੇਸ਼ਨ ਹੋਵੇ, ਚਾਹੇ ਐਗਰੀਕਲਚਰ ਹੋਵੇ। Efforts have been made to collect water by building dams and reservoirs and digging wells. ਹੁਣ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਆਪਾਂ ਪਾਣੀ ਨੂੰ ਕਲੈਕਟ ਕਰੀਏ, ਉਸ ਨੂੰ ਇਕੱਠਾ ਕਰੀਏ। ਕਿਵੇਂ? ਜਾਂ ਤਾਂ ਆਪਾਂ ਡੈਮ ਬਣਾਈਏ, ਬੰਦ ਬਣਾ ਕੇ ਨਦੀਆਂ ਦੇ ਉੱਪਰ ਆਪਾਂ ਪਾਣੀ ਇਕੱਠਾ ਕਰੀਏ, ਜਾਂ ਰੈਜ਼ਰਵਾਰ। ਰੈਜ਼ਰਵਾਰ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਨੈਚੁਰਲ ਔਰ ਆਰਟੀਫਿਸ਼ੀਅਲ ਲੇਕ ਔਰ ਅ ਟੈਂਕ ਵੇਅਰ ਵਾਟਰ ਇਜ਼ ਸਟੋਰਡ ਬਿਫੋਰ ਇਜ਼ ਟੇਕਨ ਬਾਈ ਪਾਈਪਸ ਟੂ ਹਾਊਸਿਸ। ਤਾਂ ਇੱਕ ਅਜਿਹਾ ਨੈਚੁਰਲ ਜਾਂ ਆਰਟੀਫਿਸ਼ੀਅਲ ਲੇਕ ਆਪਾਂ ਕਹਿ ਸਕਦੇ ਹਾਂ, ਝੀਲ ਕਹਿ ਸਕਦੇ ਹਾਂ, ਜਿੱਥੇ ਕਿ ਪਾਣੀ ਨੂੰ ਪਹਿਲਾਂ ਸਟੋਰ ਕੀਤਾ ਜਾਂਦਾ ਹੈ, ਫਿਰ ਉਸ ਪਾਣੀ ਨੂੰ ਸਟੋਰ ਕਰਕੇ ਪਾਈਪਾਂ ਦੇ ਜ਼ਰੀਏ ਘਰਾਂ ਘਰਾਂ 'ਚ ਪਹੁੰਚਾਇਆ ਜਾਂਦਾ, ਤਾਂ ਉਸ ਨੂੰ ਆਪਾਂ ਰੈਜ਼ਰਵਾਰਸ ਕਹਿੰਦੇ ਹਾਂ।
ਆਮ ਤੌਰ ਤੇ ਬੱਚਿਓ ਜਿਹੜੇ ਪਹਾੜੀ ਏਰੀਏ ਹੁੰਦੇ ਨੇ ਉੱਥੇ ਤੁਹਾਨੂੰ ਇਹ ਦੇਖਣ ਨੂੰ ਮਿਲ ਜਾਂਦੇ ਨੇ। ਐਂਡ ਡਿਗਿੰਗ ਵੈਲਸ ਅਤੇ ਜਿਹੜੇ ਖੂਹ ਪੁੱਟੇ ਜਾਣ ਪਾਣੀ ਨੂੰ ਇਕੱਠਾ ਕਰਨ ਦੇ ਲਈ, ਤਾਂ ਇਹ ਤਾਂ ਆਪਾਂ ਪਿੰਡਾਂ 'ਚ ਆਪਾਂ ਦੇਖੇ ਆ। Some countries have also tried to recycle and desalinate water. Now desalinate ਦਾ ਮਤਲਬ ਹੈ ਖਾਰਾ ਪਾਣੀ ਹੈ ਤਾਂ ਉਹਦੇ ਵਿੱਚੋਂ ਆਪਾਂ ਨਮਕ ਕੱਢ ਦਈਏ ਤਾਂ ਉਹਨੂੰ ਆਪਾਂ desalinate ਕਹਿੰਦੇ ਆ। ਤਾਂ ਕੁਝ ਕੰਟਰੀਜ਼ ਨੇ ਇਹ ਵੀ ਕੋਸ਼ਿਸ਼ ਕੀਤਾ ਹੈ ਕਿ ਆਪਾਂ ਪਾਣੀ ਨੂੰ desalinate ਕਰਕੇ ਉਹਨੂੰ ਦੁਬਾਰਾ ਤੋਂ ਰੀਸਾਈਕਲ ਕਰੀਏ, ਮਤਲਬ ਉਸ ਨੂੰ ਆਪਾਂ ਉਪਯੋਗ 'ਚ ਲੈ ਕੇ ਆਈਏ। ਵਾਟਰ ਕੰਜ਼ਰਵੇਸ਼ਨ ਹੈਜ਼ ਬਿਕਮ ਦਾ ਨੀਡ ਆਫ ਦਾ ਡੇ। ਦਾ ਨੀਡ ਆਫ ਦਾ ਡੇ ਬੱਚੇ ਇੱਕ ਫਰੇਜ਼ ਹੁੰਦਾ ਹੈ ਜਿਹਦਾ ਮਤਲਬ ਹੁੰਦਾ ਹੈ ਸਮੇਂ ਦੀ ਜ਼ਰੂਰਤ। ਕਹਿੰਦੇ ਹੁਣ ਸਮੇਂ ਦੀ ਜ਼ਰੂਰਤ ਹੈ ਕਿ ਆਪਾਂ ਪਾਣੀ ਦੀ ਸੰਭਾਲ ਕਰੀਏ, ਵਾਟਰ ਕੰਜ਼ਰਵੇਸ਼ਨ ਕਰੀਏ। While the availability of water can turn millions of uncultivated land into areas teeming with life and vegetation, the absence of water can convert fertile lands into dry, barren, lifeless tracts of death. Now ਇਸ ਲਾਈਨ ਦੇ ਵਿੱਚ ਬੱਚਿਓ ਰਾਈਟਰ ਨੇ ਦੱਸਿਆ ਕਿ ਜੇਕਰ ਪਾਣੀ ਸਾਨੂੰ ਮਿਲੇ ਤਾਂ ਅਸੀਂ ਕੀ ਕਰ ਸਕਦੇ ਹਾਂ, ਕਿ ਜੇਕਰ ਪਾਣੀ ਨਾ ਮਿਲੇ ਤਾਂ ਕੀ ਹੋ ਸਕਦਾ। ਤਾਂ ਜੇਕਰ ਪਾਣੀ ਦੀ ਅਵੇਲੇਬਿਲਿਟੀ ਹੋਵੇ, ਪਾਣੀ ਦੀ ਉਪਲਬਧਤਾ ਹੋਵੇ ਤਾਂ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਮਿਲੀਅਨਸ ਆਫ ਅਨਕਲਟੀਵੇਟਿਡ ਲੈਂਡ ਕਿ ਜ਼ਮੀਨ ਜਿਸ ਦੇ ਉੱਪਰ ਆਪਾਂ ਨੇ ਕੋਈ ਖੇਤੀ ਨਹੀਂ ਕੀਤੀ ਉਸ ਨੂੰ ਆਪਾਂ ਅਨਕਲਟੀਵੇਟਿਡ ਲੈਂਡ ਕਹਿੰਦੇ ਹਾਂ। ਤਾਂ ਅਸੀਂ ਉਸ ਜ਼ਮੀਨ ਨੂੰ ਆਪਾਂ ਅਜਿਹੀ ਏਰੀਆ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਕੈਨ ਟਰਨ, ਉਸ ਨੂੰ ਬਦਲ ਸਕਦੇ ਹਾਂ ਜੋ ਕਿ ਲਾਈਫ ਤੇ ਵੈਜੀਟੇਸ਼ਨ ਦੇ ਨਾਲ ਭਰਪੂਰ ਹੋਵੇ। ਨਾਟ ਟੀਮਿੰਗ ਸ਼ਬਦ ਇੱਥੇ ਬੱਚੇ ਤੁਹਾਡੀ ਗਲੋਸਰੀ 'ਚ ਲਿਖਿਆ, ਪ੍ਰੈਜ਼ੈਂਟ ਇਨ ਲਾਰਜ ਨੰਬਰਸ ਫੁੱਲ ਆਫ ਪੀਪਲ ਐਨੀਮਲਸ ਨਾਲ ਭਰਿਆ ਹੋਵੇ ਏਰੀਆ ਜਾਂ ਲੋਕਾਂ ਦੇ ਨਾਲ ਭਰਿਆ ਹੋਵੇ ਏਰੀਆ, ਉੱਥੇ ਆਪਾਂ ਟੀਮਿੰਗ ਵਿਦ ਲਾਈਫ ਐਂਡ ਵੈਜੀਟੇਸ਼ਨ ਇਸ ਤਰ੍ਹਾਂ ਦੇ ਫਰੇਜ਼ ਯੂਜ਼ ਕਰਦੇ ਹਾਂ। ਤਾਂ ਪਾਣੀ ਦੇ ਨਾਲ ਆਪਾਂ ਅਨਕਲਟੀਵੇਟਿਡ ਲੈਂਡ ਨੂੰ, ਜਿੱਥੇ ਕਿ ਕੋਈ ਪੈਦਾਵਾਰ ਨਹੀਂ ਹੋਈ, ਆਪਾਂ ਉੱਥੇ ਇੱਕ ਪੂਰੀ ਵਸੋਂ ਦਾ, ਉੱਥੇ ਪੂਰੀ ਲਾਈਫ ਤੇ ਵੈਜੀਟੇਸ਼ਨ, ਪੂਰੀ ਜ਼ਿੰਦਗੀ ਤੇ ਬਨਸਪਤੀ ਦੀ ਆਪਾਂ ਬਹੁਤਾਤ ਕਰ ਸਕਦੇ ਹਾਂ। ਤੇ ਜੇਕਰ ਪਾਣੀ ਨਾ ਹੋਵੇ ਫਿਰ ਕੀ ਹੋਊਗਾ? ਦਾ ਐਬਸੈਂਸ ਆਫ ਵਾਟਰ ਕੈਨ ਕਨਵਰਟ ਫਰਟਾਈਲ ਲੈਂਡਸ ਇਨਟੂ ਡਰਾਈ, ਬੈਰਨ, ਲਾਈਫਲੈਸ ਟ੍ਰੈਕਟਸ ਆਫ ਡੈਥ। ਕਿ ਜੇਕਰ ਪਾਣੀ ਨਾ ਮਿਲੇ ਤਾਂ ਫਿਰ ਫਰਟਾਈਲ ਲੈਂਡ ਵੀ, ਫਰਟਾਈਲ ਦਾ ਮਤਲਬ ਹੁੰਦਾ ਹੈ ਜੀ ਉਪਜਾਊ ਧਰਤੀ ਵੀ ਕਨਵਰਟ ਹੋ ਜਾਏਗੀ, ਬਦਲ ਜਾਵੇਗੀ ਕਿਹਦੇ 'ਚ? ਖੁਸ਼ਕ। ਬੈਰਨ ਦਾ ਮਤਲਬ ਬੰਜਰ, ਅਤੇ ਇੱਕ ਅਜਿਹੀ ਜ਼ਮੀਨ ਦੇ ਟੁਕੜੇ ਜਿਹਦੇ 'ਚ ਕੋਈ ਲਾਈਫ ਹੀ ਨਹੀਂ ਹੈ, ਸਿਰਫ ਡੈਥ ਹੀ ਡੈਥ ਹੈ ਨਾ। ਉੱਥੇ ਟਰੈਕ ਦਾ ਮਤਲਬ ਬੱਚਿਓ ਹੁੰਦਾ ਹੈ ਜ਼ਮੀਨ ਦਾ ਟੁਕੜਾ। ਬੱਚਿਓ ਜੇ ਪਾਣੀ ਨਹੀਂ ਹੋਊਗਾ ਤਾਂ ਉਪਜਾਊ ਧਰਤੀ ਵੀ ਬੰਜਰ ਹੋ ਜਾਊਗੀ, ਇੱਥੇ ਇਹੀ ਗੱਲ ਕਹੀ ਗਈ ਹੈ। Conservation of water in the agriculture sector is essential, but depleting water table and a rise in salinity due to overuse of chemical fertilizers and pesticides is something serious. ਖੇਤੀਬਾੜੀ ਦੇ ਸੈਕਟਰ ਦੇ ਵਿੱਚ ਪਾਣੀ ਦੀ ਜਿਹੜੀ ਸੰਭਾਲ ਹੈ ਉਹ ਬਹੁਤ ਜ਼ਰੂਰੀ ਹੈ। ਇਸੈਂਸ਼ੀਅਲ ਦਾ ਪਹਿਲਾਂ ਵੀ ਮੀਨਿੰਗ ਆਇਆ ਬੱਚਿਓ, ਬਹੁਤ ਜ਼ਰੂਰੀ ਹੋਣਾ। ਪਰੰਤੂ ਜਿਹੜਾ ਹੁਣ ਵਾਟਰ ਟੇਬਲ ਘਟ ਰਿਹਾ ਨਾ, ਡਿਪਲੀਟ ਦਾ ਮਤਲਬ ਹੁੰਦਾ ਬੱਚਿਓ ਘਟਣਾ, ਤੇ ਵਾਟਰ ਟੇਬਲ ਕਿਹਾ ਜਾਂਦਾ ਬੱਚਿਓ ਪਾਣੀ ਦਾ ਪੱਤਨ ਘਟ ਰਿਹਾ ਹੈ। ਅਤੇ ਖਾਰਾਪਨ, ਸੈਲਿਨਿਟੀ ਦਾ ਮਤਲਬ ਹੋ ਗਿਆ ਬੱਚਿਓ ਖਾਰਾਪਨ ਵੱਧ ਰਿਹਾ ਹੈ। ਕਿਉਂਕਿ ਅਸੀਂ ਰਸਾਇਣਿਕ ਖਾਦਾਂ, ਕੈਮੀਕਲ ਫਰਟੀਲਾਈਜ਼ਰਸ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਾਂ, ਓਵਰ ਯੂਜ਼ ਕਰ ਰਹੇ ਹਾਂ, ਲੋੜ ਤੋਂ ਵੱਧ ਯੂਜ਼ ਕਰ ਰਹੇ ਹਾਂ। ਅਤੇ ਇੱਕ ਪੈਸਟੀਸਾਈਡਸ ਕਿਹਾ ਜਾਂਦਾ ਬੱਚਿਓ ਕੀਟਨਾਸ਼ਕਾਂ ਨੂੰ, ਅਤੇ ਕੀਟਨਾਸ਼ਕਾਂ ਦਾ ਵੀ ਅਸੀਂ ਉਪਯੋਗ ਜ਼ਰੂਰਤ ਤੋਂ ਵੱਧ ਕਰ ਰਹੇ ਹਾਂ। ਇਹ ਬਹੁਤ ਹੀ ਜ਼ਿਆਦਾ ਸੀਰੀਅਸ ਹੈ, ਸਮਥਿੰਗ ਸੀਰੀਅਸ। ਕੈਮੀਕਲ ਫਰਟੀਲਾਈਜ਼ਰਸ ਨੂੰ ਅਤੇ ਪੈਸਟੀਸਾਈਡਸ ਨੂੰ ਜ਼ਰੂਰਤ ਤੋਂ ਜ਼ਿਆਦਾ ਯੂਜ਼ ਕਰਨ ਦੇ ਨਾਲ ਜਿਹੜਾ ਪਾਣੀ ਦਾ ਖਾਰਾਪਨ ਵੱਧ ਰਿਹਾ ਹੈ ਤੇ ਸਾਡਾ ਜਿਹੜਾ ਪਾਣੀ ਦਾ ਪੱਤਨ ਉਹ ਘਟ ਰਿਹਾ ਹੈ। ਇਹ ਬਹੁਤ ਹੀ ਸੀਰੀਅਸ ਕੰਸਰਨ ਹੈ, ਬਹੁਤ ਹੀ ਗੰਭੀਰ ਮਸਲਾ ਹੈ। ਦਾ ਫੂਡ ਬਾਉਲ ਆਫ ਇੰਡੀਆ, ਦਾ ਸਟੇਟ ਆਫ ਪੰਜਾਬ ਇਜ਼ ਫਾਸਟ ਡਰਾਇੰਗ ਅਪ। ਤਾਂ ਇਸ ਨੂੰ ਅਨਾਜ ਦਾ ਟੋਕਰਾ ਕਿਹਾ ਜਾਂਦਾ ਹੈ। ਪੰਜਾਬ ਨੂੰ, ਸਾਡੇ ਰਾਜ ਪੰਜਾਬ ਨੂੰ ਭਾਰਤ ਦਾ ਅਨਾਜ ਦਾ ਟੋਕਰਾ ਕਿਹਾ ਜਾਂਦਾ ਹੈ। ਇਹ ਫਾਸਟ ਡਰਾਇੰਗ ਅਪ ਹੋ ਰਿਹਾ ਹੈ, ਸੁੱਕ ਰਿਹਾ ਹੈ, ਇਸ ਦੀ ਜ਼ਮੀਨ ਸੁੱਕ ਰਹੀ ਹੈ। ਇਟ ਇਜ਼ ਔਨ ਦਾ ਵਰਜ ਆਫ ਐਨ ਇਕੋਲੋਜੀਕਲ ਡਿਜ਼ਾਸਟਰ। ਇਹ ਕੰਢੇ ਤੇ ਪਿਆ ਇੱਕ ਵਾਤਾਵਰਨ ਦੀ ਤਬਾਹੀ ਤੇ। ਨਾਓ ਇਕੋਲੋਜੀਕਲ ਦਾ ਮਤਲਬ ਤੁਹਾਡੇ ਗਲੋਸਰੀ ਦੇ ਵਿੱਚ ਲਿਖਿਆ ਕਨੈਕਟਡ ਵਿਦ ਦਾ ਰਿਲੇਸ਼ਨ ਆਫ ਪਲਾਂਟਸ ਐਂਡ ਲਿਵਿੰਗ ਕ੍ਰੀਚਰਸ ਟੂ ਈਚ ਅਦਰ ਐਂਡ ਟੂ ਦੇਅਰ ਇਨਵਾਇਰਮੈਂਟ। ਵਾਤਾਵਰਨ ਦੇ ਵਿੱਚ ਦੇਖੋ ਪਲਾਂਟਸ ਵੀ ਨੇ, ਪੌਦੇ ਵੀ ਨੇ ਤੇ ਜੀਵ ਵੀ ਨੇ, ਤੇ ਇਹ ਆਪਸ ਦੇ ਵਿੱਚ ਪਰਸਪਰ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਤਾਂ ਜਦੋਂ ਇਹਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਇੱਕ ਬਹੁਤ ਵੱਡਾ ਗੰਭੀਰ ਮਸਲਾ ਬਣ ਜਾਂਦਾ ਹੈ। ਇਸੇ ਕਰਕੇ ਇਸ ਨੂੰ ਇਕੋਲੋਜੀਕਲ ਡਿਜ਼ਾਸਟਰ ਕਿਹਾ ਜਾਂਦਾ ਹੈ। ਵਾਤਾਵਰਨ ਦੀ ਤਬਾਹੀ ਵੱਲ, ਅਸੀਂ ਵਾਤਾਵਰਨ ਦੀ ਤਬਾਹੀ ਦੇ ਕੰਢੇ ਤੇ ਖੜੇ ਹਾਂ। ਵਰਜ਼ ਦਾ ਮਤਲਬ ਹੁੰਦਾ ਹੈ ਕੰਢੇ ਤੇ ਖੜੇ ਹੋਣਾ। ਦਾ ਨੰਬਰ ਆਫ ਟਿਊਬਵੈਲ ਹੈਜ਼ ਗਰੋਨ ਅਪ ਫਰੋਮ 1.2 ਲੱਖ ਇਨ 1970 ਟੂ ਅਬਾਊਟ 13 ਲੱਖ ਨਾਓ। ਕਹਿੰਦੇ ਜੇ ਅਸੀਂ 1970 ਦੀ ਗੱਲ ਕਰੀਏ, ਉਸ ਸਮੇਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਟਿਊਬਵੈਲ ਸੀਗੇ ਉਹ 1.2 ਲੱਖ ਸੀ, ਜਿਹੜੇ ਕਿ 13 ਲੱਖ ਹੋ ਚੁੱਕੇ ਹੁਣ।
ਤਾਂ ਬੱਚਿਓ ਮੇਰੇ ਹਿਸਾਬ ਨਾਲ ਤਾਂ ਹੁਣ 13 ਲੱਖ ਤੋਂ ਵੀ ਕਿਤੇ ਜ਼ਿਆਦਾ ਇਹਨਾਂ ਦੀ ਗਿਣਤੀ ਹੈ। ਦਾ ਗਰਾਊਂਡ ਵਾਟਰ ਡਿਕਲਾਈਨ ਰੇਟ ਹੈਜ਼ ਰੀਚਡ ਐਨ ਅਲਾਰਮਿੰਗ ਲੈਵਲ। ਟਿਊਬਵੈਲ ਲੱਗਣ ਦੇ ਨਾਲ ਜਿਹੜਾ ਸਾਡਾ ਗਰਾਊਂਡ ਵਾਟਰ ਹੈ ਜੋ ਤੁਸੀਂ ਦੇਖ ਰਹੇ ਹੋ ਪਿਕ ਦੇ ਵਿੱਚ, ਉਹ ਬਹੁਤ ਹੀ ਤੇਜ਼ੀ ਨਾਲ ਘਟਿਆ ਹੈ ਤੇ ਇਹ ਇੱਕ ਅਲਾਰਮਿੰਗ ਲੈਵਲ ਤੇ ਪਹੁੰਚ ਚੁੱਕਿਆ, ਮਤਲਬ ਖਤਰਨਾਕ ਪੱਧਰ ਤੇ ਪਹੁੰਚ ਚੁੱਕਿਆ। ਦਾ ਵਰਸਟ ਅਫੈਕਟਡ ਡਿਸਟ੍ਰਿਕਟਸ ਆਰ ਸੰਗਰੂਰ ਐਂਡ ਮੋਗਾ ਵੇਅਰ ਦਾ ਵਾਟਰ ਟੇਬਲ ਇਜ਼ ਬਿਲੋ 50 ਫੀਟ। ਕਹਿੰਦੇ ਜੇਕਰ ਅਸੀਂ ਸਭ ਤੋਂ ਜ਼ਿਆਦਾ ਦੇਖੀਏ ਕਿ ਇਸ ਚੀਜ਼ ਦਾ ਅਸਰ ਕਿੱਥੇ ਹੋਇਆ ਤਾਂ ਉਹ ਸੰਗਰੂਰ ਤੇ ਮੋਗੇ ਜ਼ਿਲ੍ਹਿਆਂ ਵਿੱਚ ਹੋਇਆ, ਜਿੱਥੇ ਕਿ ਵਾਟਰ ਟੇਬਲ ਪਾਣੀ ਦਾ ਪੱਧਰ ਹੈ ਉਹ 50 ਫੀਟ ਤੋਂ ਵੀ ਥੱਲੇ ਚਲਾ ਗਿਆ। ਮੇਰੇ ਹਿਸਾਬ ਨਾਲ ਤਾਂ ਅੱਜ ਦੀ ਜਿਹੜੀ ਇਹ ਵਾਟਰ ਟੇਬਲ ਹੈ ਬੱਚਿਓ, ਇਹ 50 ਫੀਟ ਤੋਂ ਵੀ ਕਿਤੇ ਜ਼ਿਆਦਾ ਥੱਲੇ ਜਾ ਚੁੱਕਿਆ। ਤਾਂ ਬੱਚਿਓ ਜਿਵੇਂ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ, ਟਿਊਬਵੈਲ ਪੁੱਟਣ ਦੇ ਨਾਲ ਜਿਹੜਾ ਸਾਡਾ ਵਾਟਰ ਟੇਬਲ ਹੈ ਉਹ ਬਹੁਤ ਜ਼ਿਆਦਾ ਥੱਲੇ ਹੋਰ ਥੱਲੇ ਹੁੰਦਾ ਜਾ ਰਿਹਾ ਹੈ। ਪਿਕ ਦੇ ਵਿੱਚ ਜਿਹੜਾ ਯੈਲੋ ਪਾਰਟ ਹੈ ਬੱਚਿਓ ਤਾਂ ਮਿੱਟੀ ਨੂੰ ਦਰਸਾ ਰਿਹਾ, ਲੇਕਿਨ ਮਿੱਟੀ ਦੇ ਨੀਚੇ ਤੁਹਾਨੂੰ ਪਤਾ ਹੈ ਪਾਣੀ ਦਾ ਪੱਤਨ ਹੁੰਦਾ, ਵਾਟਰ ਟੇਬਲ ਹੁੰਦਾ, ਉਹ ਨੀਲੇ ਰੰਗ ਦੇ ਵਿੱਚ ਦਰਸਾਇਆ ਹੋਇਆ ਹੈ। ਤਾਂ ਵਾਟਰ ਟੇਬਲ ਹੋਰ ਥੱਲੇ ਜਾਈ ਜਾ ਰਿਹਾ ਹੈ। The Punjab Irrigation Minister admitted on the floor of the House in the Punjab Vidhan Sabha in 29 June 2012 that groundwater was continuously declining in 85% areas of the state. ਤਾਂ 29 ਜੂਨ 2012 ਈਸਵੀ ਨੂੰ ਵਿਧਾਨ ਸਭਾ ਦੀ ਫਲੋਰ ਦੇ ਉੱਪਰ ਪੰਜਾਬ ਦੇ ਸਿੰਚਾਈ ਮੰਤਰੀ, ਇਰੀਗੇਸ਼ਨ ਮਿਨਿਸਟਰ ਦਾ ਮਤਲਬ ਹੁੰਦਾ ਹੈ ਜੀ ਸਿੰਚਾਈ ਮੰਤਰੀ, ਨੇ ਇਹ ਮੰਨਿਆ ਕਿ ਸਾਡਾ ਜਿਹੜਾ ਪੰਜਾਬ ਦਾ ਗਰਾਊਂਡ ਵਾਟਰ ਹੈ, ਜ਼ਮੀਨ ਨਿਚਲਾ ਪਾਣੀ ਹੈ, ਉਹ ਲਗਾਤਾਰ ਗਿਰ ਰਿਹਾ ਹੈ। ਇਹੋ ਜਿਹਾ ਵਰਤਾਰਾ ਰਾਜ ਦੇ 85% ਏਰੀਆ ਦੇ ਵਿੱਚ ਹੋ ਰਿਹਾ, ਮਤਲਬ ਰਾਜ ਦਾ 85% ਏਰੀਆ ਜਿੰਨਾ ਹੈ ਉਸ ਦੇ ਵਿੱਚ ਲਗਾਤਾਰ ਗਰਾਊਂਡ ਵਾਟਰ ਨੀਚੇ ਜਾ ਰਿਹਾ ਹੈ। Worse, nitrate presence in water had gone up by 10 times in the past 4 decades. ਕਹਿੰਦੇ ਇਸ ਤੋਂ ਵੀ ਮਾੜੀ ਗੱਲ ਇਹ ਹੋਗੀ, ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਪਾਣੀ ਦੇ ਵਿੱਚ ਜਿਹੜਾ ਨਾਈਟ੍ਰੇਟ ਦੀ ਮਾਤਰਾ ਹੈ ਉਹ 10 ਗੁਣਾ ਹੋ ਗਈ ਹੈ ਪਿਛਲੇ 40 ਸਾਲਾਂ 'ਚ। 4 ਡੈਕੇਡਸ ਦਾ ਮਤਲਬ ਹੁੰਦਾ ਜੀ 40 ਸਾਲ, ਕਿਉਂਕਿ ਇੱਕ ਡੈਕੇਡ ਆਪਾਂ 10 ਸਾਲ ਨੂੰ ਕਹਿੰਦੇ ਹਾਂ ਤੇ 4 ਡੈਕੇਡਸ ਹੋ ਗਏ ਸਾਡੇ 40 ਸਾਲ। Another MLA has said the quality of water in 1972 was such that it had 0.5 milligram per liter of nitrate. ਵਿਧਾਨ ਸਭਾ ਦੇ ਇੱਕ MLA ਨੇ ਇਹ ਕਿਹਾ ਜੇਕਰ ਅਸੀਂ 1972 ਦੀ ਗੱਲ ਕਰੀਏ ਤਾਂ ਪਾਣੀ ਦੀ ਕੁਆਲਿਟੀ ਇਹ ਸੀ ਕਿ ਹਰ ਇੱਕ ਲੀਟਰ ਪਾਣੀ ਦੇ ਵਿੱਚ 0.5 ਮਿਲੀਗ੍ਰਾਮ ਨਾਈਟ੍ਰੇਟ ਸੀ ਸਿਰਫ। ਮਤਲਬ ਜੇਕਰ ਆਪਾਂ 1 ਲੀਟਰ ਪਾਣੀ ਲੈ ਲਈਏ ਤੇ ਉਸ ਦੇ ਵਿੱਚ 0.5 ਮਿਲੀਗ੍ਰਾਮ ਨਾਈਟ੍ਰੇਟ ਮਿਲਦਾ ਸੀਗਾ 1972 ਈਸਵੀ ਦੇ ਵਿੱਚ। ਐਜ਼ ਆਫ ਨਾਓ ਇਟ ਹੈਜ਼ ਇਨਕਰੀਜ਼ਡ ਟੂ 5 ਮਿਲੀਗ੍ਰਾਮ ਪਰ ਲੀਟਰ। ਪਰ ਜੇ ਅੱਜ ਦੀ ਗੱਲ ਕਰੀਏ, ਮਤਲਬ ਉਸ ਸਮੇਂ ਉਹ 2012 ਦੀ ਗੱਲ ਕਰ ਰਹੇ ਸੀ, ਤਾਂ 2012 ਦੇ ਵਿੱਚ ਇਹ 1 ਲੀਟਰ ਪਾਣੀ ਦੇ ਪਿੱਛੇ 5 ਮਿਲੀਗ੍ਰਾਮ ਹੋ ਗਿਆ ਨਾਈਟ੍ਰੇਟ ਦਾ। ਮਤਲਬ ਤੁਸੀਂ ਅੰਦਾਜ਼ਾ ਲਾਓ ਕਿ 0.5 ਤੋਂ 5 mg ਹੋ ਗਿਆ, ਤਾਂ ਨੈਚੁਰਲੀ ਇਹਦਾ ਮਤਲਬ ਹੋਇਆ ਜੀ ਕਿ ਇਹ 10 ਟਾਈਮਸ ਹੋ ਗਿਆ ਜੀ, 10 ਗੁਣਾ ਹੋ ਗਿਆ। ਐਂਡ ਗੋਇੰਗ ਬਾਏ ਦੀ ਐਕਸੈਸਿਵ ਯੂਜ਼ ਆਫ ਇਨਸੈਕਟੀਸਾਈਡਸ ਐਂਡ ਪੈਸਟੀਸਾਈਡਸ ਬਾਏ ਅਵਰ ਫਾਰਮਰਸ। ਕਹਿੰਦੇ ਜੇਕਰ ਇਸੇ ਤਰ੍ਹਾਂ ਸਾਡੇ ਕਿਸਾਨ ਇਹ ਜਿਹੜੇ ਪੈਸਟੀਸਾਈਡਸ ਮੈਂ ਪਹਿਲਾਂ ਵੀ ਦੱਸਿਆ ਸੀ, ਕੀਟਨਾਸ਼ਕ ਦਵਾਈਆਂ ਨੇ ਜਾਂ ਕੀੜੇਮਾਰ ਦਵਾਈਆਂ ਨੇ, ਇਨਸੈਕਟੀਸਾਈਡਸ ਨੇ, ਇਹਨਾਂ ਨੂੰ ਇਸੇ ਤਰ੍ਹਾਂ ਓਵਰ ਯੂਜ਼ ਕਰਨਾ ਜਾਰੀ ਰੱਖਿਆ, ਉਹਨਾਂ ਨੇ ਵੱਧ ਤੋਂ ਵੱਧ ਇਹ ਯੂਜ਼ ਕਰੀਏ ਤਾਂ ਹੋਏਗਾ ਕਿ ਇਟ ਇਜ਼ ਐਕਸਪੈਕਟਡ ਟੂ ਰੀਚ 10 ਮਿਲੀਗ੍ਰਾਮ ਪਰ ਲੀਟਰ ਇਨ ਦਾ ਨੈਕਸਟ 20 ਈਅਰਸ, ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਇਹੀ 5 ਮਿਲੀਗ੍ਰਾਮ ਜਿਹੜਾ ਹੈ ਇਹ 10 ਮਿਲੀਗ੍ਰਾਮ ਬਣ ਜਾਏਗਾ 1 ਲੀਟਰ ਪਿੱਛੇ। ਮਤਲਬ ਕਿ ਹੋਰ ਦੁੱਗਣਾ ਹੋ ਜਾਊਗਾ। ਇਹ 5 ਮਿਲੀਗ੍ਰਾਮ ਤਾਂ 2012 ਦੇ ਵਿੱਚ ਸੀ, ਇਹਦਾ ਮਤਲਬ ਇਹ ਹੋਇਆ ਕਿ 2032 ਦੇ ਵਿੱਚ, ਕਿਉਂਕਿ 2012 ਦੀ ਗੱਲ ਹੋ ਰਹੀ ਹੈ ਨਾ, ਤਾਂ ਆਉਣ ਵਾਲੇ 20 ਸਾਲਾਂ 'ਚ 2032 ਤੱਕ ਇਹ 10 ਮਿਲੀਗ੍ਰਾਮ ਪਰ ਲੀਟਰ ਹੋ ਜਾਊਗਾ ਜੀ। This means that water in the Punjab will cease to be potable for humans and animals in the next 20 to 25 years. ਇਹਦਾ ਮਤਲਬ ਇਹ ਹੋਇਆ ਕਿ ਅਗਲੇ 20-25 ਸਾਲਾਂ ਦੇ ਵਿੱਚ ਜੀਵਾਂ ਦੇ ਲਈ ਅਤੇ ਮਨੁੱਖਾਂ ਦੇ ਲਈ ਪੰਜਾਬ ਦਾ ਜਿਹੜਾ ਪਾਣੀ ਹੈ ਇਹ ਪੋਰਟੇਬਲ ਨਹੀਂ ਰਹੂਗਾ। ਸੀਜ਼ ਦਾ ਮਤਲਬ ਬੰਦ ਹੋ ਜਾਊਗਾ, ਪੋਰਟੇਬਲ ਦਾ ਮਤਲਬ ਤੁਹਾਡੀ ਗਲੋਸਰੀ 'ਚ ਲਿਖਿਆ ਹੈ ਸੇਫ ਟੂ ਡਰਿੰਕ, ਕਿ ਇਹ ਪੀਣ ਯੋਗ ਨਹੀਂ ਰਹੂਗਾ। ਪ੍ਰੈਜ਼ੈਂਸ ਆਫ ਨਾਈਟ੍ਰੇਟ ਅਪ ਟੂ 10 ਮਿਲੀਗ੍ਰਾਮ ਪਰ ਲੀਟਰ ਰੈਂਡਰਸ ਇਟ ਅਨਫਿਟ ਫॉर ਡਰਿੰਕਿੰਗ। ਹੁਣ ਇਹ ਪੋਰਟੇਬਲ ਕਿਉਂ ਨਹੀਂ ਰਹੂਗਾ? ਕਿਉਂਕਿ ਜੇਕਰ 1 ਲੀਟਰ ਦੇ ਵਿੱਚ 10 ਮਿਲੀਗ੍ਰਾਮ ਨਾਈਟ੍ਰੇਟ ਮਿਲ ਜਾਂਦੀ ਹੈ, ਉਹਦੀ ਪ੍ਰੈਜ਼ੈਂਸ ਮਿਲ ਜਾਂਦੀ ਹੈ, ਫਿਰ ਇਹ ਅਨਫਿਟ ਫॉर ਡਰਿੰਕਿੰਗ ਹੋ ਜਾਂਦਾ ਹੈ, ਇਹ ਪੀਣ ਯੋਗ ਨਹੀਂ ਰਹਿੰਦਾ। High levels of arsenic, nitrates and heavy metals in water are causing severe health problem across the whole of the Punjab. ਕਹਿੰਦੇ ਪੂਰੇ ਪੰਜਾਬ ਦੇ ਵਿੱਚ, ਹੋਲ ਆਫ ਦਾ ਪੰਜਾਬ, ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਗੰਭੀਰ ਸਿਹਤ ਦੀਆਂ ਪ੍ਰੋਬਲਮਸ, ਮੁਸ਼ਕਲਾਂ ਆ ਰਹੀਆਂ ਨੇ, ਪੈਦਾ ਹੋ ਰਹੀਆਂ ਨੇ। ਕਿਉਂ ਹੋ ਰਹੀਆਂ ਨੇ? ਕਿਉਂਕਿ ਬਹੁਤ ਹੀ ਹਾਈ ਲੈਵਲ ਹੈ, ਉੱਚਾ ਪੱਧਰ ਹੈ ਕਿਹਦਾ? ਆਰਸੈਨਿਕ ਦਾ, ਨਾਈਟ੍ਰੇਟਸ ਦਾ ਤੇ ਹੈਵੀ ਮੈਟਲਸ ਦਾ। ਹੁਣ ਇਹ ਆਰਸੈਨਿਕ, ਨਾਈਟ੍ਰੇਟਸ ਤੇ ਹੈਵੀ ਮੈਟਲਸ ਕੀ ਨੇ? ਰਸਾਇਣਿਕ ਤੱਤ ਨੇ ਜਿਹੜੇ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਜ਼ਹਿਰੀਲੇ ਨੇ, ਤੇ ਜੇਕਰ ਪਾਣੀ ਦੇ ਵਿੱਚ ਇਹ ਇੰਨੇ ਜ਼ਿਆਦਾ ਹੋਣਗੇ, ਜਿਵੇਂ ਕਿ ਕਿਹਾ ਗਿਆ ਕਿ
10 ਮਿਲੀਗ੍ਰਾਮਸ ਹੋਣਗੇ 1 ਲੀਟਰ ਦੇ ਵਿੱਚ, ਫਿਰ ਤਾਂ ਇਹ ਸਿਹਤ ਨੂੰ ਖਰਾਬ ਕਰਨਗੇ ਹੀ ਕਰਨਗੇ। High nitrate levels in water can result in a reduced oxygen supply to vital tissues such as the brain। ਹੁਣ ਹੁੰਦਾ ਕੀ ਹੈ, ਜੇਕਰ ਇਹ ਨਾਈਟ੍ਰੇਟ ਲੈਵਲ ਵਾਟਰ ਦੇ ਵਿੱਚ ਇੰਨਾ ਵੱਧ ਜਾਊਗਾ 10 ਮਿਲੀਗ੍ਰਾਮ ਜਾਂ ਉਸ ਤੋਂ ਉੱਪਰ ਵੀ 1 ਲੀਟਰ ਦੇ ਪਿੱਛੇ ਚਲਾ ਜਾਊਗਾ, ਫਿਰ ਆਕਸੀਜਨ ਦੀ ਮਾਤਰਾ ਬੱਚੇ ਉਹ ਪਾਣੀ ਦੇ ਵਿੱਚ ਘਟ ਜਾਂਦੀ ਹੈ, ਅਤੇ ਫਿਰ ਜਿਹੜੇ ਸਾਡੇ ਸਰੀਰ ਦੇ ਵਾਈਟਲ ਟਿਸ਼ੂ ਹੈ, ਜਿਹੜੇ ਇੰਪੋਰਟੈਂਟ ਟਿਸ਼ੂ ਹੈ, ਅੰਗ ਨੇ, ਉਹਨਾਂ ਦੇ ਵਿੱਚ ਜਿਵੇਂ ਬ੍ਰੇਨ ਆ ਜਾਂਦਾ, ਤਾਂ ਬ੍ਰੇਨ ਤੱਕ ਸਾਡੀ ਆਕਸੀਜਨ ਦੀ ਸਪਲਾਈ ਨਹੀਂ ਜਾਏਗੀ, ਅਤੇ ਫਿਰ ਤੁਹਾਨੂੰ ਪਤਾ ਹੈ ਫਿਰ ਹੋਣਾ ਕੀ ਹੈ। The state should therefore make a comprehensive policy on the issue on a top priority basis। ਇਸ ਕਰਕੇ ਰਾਜ ਨੂੰ ਇਹ ਚਾਹੀਦਾ ਹੈ ਕਿ ਉਹ ਇੱਕ ਕੰਪਰੀਹੈਂਸਿਵ ਪੋਲਿਸੀ ਬਣਾਵੇ ਨਾ। ਕੰਪਰੀਹੈਂਸਿਵ ਦਾ ਮਤਲਬ ਹੁੰਦਾ ਬੱਚੇ ਉਹ ਵਿਆਪਕ ਨੀਤੀ। ਵਿਆਪਕ ਨੀਤੀ ਦਾ ਮਤਲਬ ਕਿ ਇੱਕ ਅਜਿਹੀ ਪੋਲਿਸੀ ਬਣਾਵੇ, ਇੱਕ ਵੱਡੀ ਨੀਤੀ, ਵਿਆਪਕ ਨੀਤੀ ਬਣਾਵੇ ਜਿਹੜੀ ਕਿ ਉਹਨਾਂ ਦੀ ਟੌਪ ਪ੍ਰਾਇਰਟੀ 'ਤੇ ਹੋਵੇ। ਪ੍ਰਾਇਰਟੀ ਦਾ ਮਤਲਬ ਕਿ ਇਹ ਕੰਮ ਪਹਿਲਾਂ ਕਰਨਾ ਹੈ। ਇੱਕ ਅਜਿਹੀ ਨੀਤੀ ਬਣਾਉਣੀ ਹੈ ਕਿ ਆਪਾਂ ਪਾਣੀ ਦੇ ਵਿੱਚ ਜਿਹੜੀ ਨਾਈਟ੍ਰੇਟ ਦੀ ਮਾਤਰਾ ਹੈ ਇਸ ਨੂੰ ਨਹੀਂ ਵਧਣ ਦੇਣਾ। Department of Soil Conservation, Irrigation, Electricity and Agriculture should work in cohesion to meet this challenge। ਹੁਣ ਇਹ ਹੋਊਗਾ ਕਿਵੇਂ? ਦੇਖੋ, ਸੋਇਲ ਕੰਜ਼ਰਵੇਸ਼ਨ ਦਾ ਮਤਲਬ ਹੋ ਗਿਆ ਜ਼ਮੀਨ ਦੀ ਸੰਭਾਲ, ਇਰੀਗੇਸ਼ਨ ਦਾ ਮਤਲਬ ਹੋ ਗਿਆ ਸਿੰਚਾਈ, ਇਲੈਕਟ੍ਰੀਸਿਟੀ ਦਾ ਮਤਲਬ ਹੋ ਗਿਆ ਬਿਜਲੀ, ਤੇ ਐਗਰੀਕਲਚਰ ਖੇਤੀਬਾੜੀ। ਇਹ ਚਾਰੇ ਜਿਹੜੇ ਡਿਪਾਰਟਮੈਂਟ ਨੇ, ਚਾਰੇ ਵਿਭਾਗ, ਇਹ ਇਕੱਠੇ ਮਿਲ ਕੇ ਕੰਮ ਕਰਨ। ਸ਼ੁੱਡ ਵਰਕ ਇਨ ਕੋਹੀਜ਼ਨ ਦਾ ਮਤਲਬ ਹੈ ਇਕੱਠੇ ਮਿਲ ਕੇ ਕੰਮ ਕਰਨ। ਇਸ ਚੈਲੰਜ ਨੂੰ ਮੀਟ ਕਰਨ ਲਈ, ਇਸ ਚੁਣੌਤੀ ਨੂੰ ਪਾਰ ਪਾਉਣ ਦੇ ਲਈ ਇਹਨਾਂ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਕੋਹੀਜ਼ਨ ਦਾ ਮਤਲਬ ਤੁਹਾਡੇ ਗਲੋਸਰੀ ਦੇ ਵਿੱਚ ਲਿਖਿਆ ਦਾ ਐਕਟ ਔਰ ਸਟੇਟ ਆਫ ਕੀਪਿੰਗ ਟੂਗੈਦਰ। ਕੋਹੀਜ਼ਨ ਦਾ ਮਤਲਬ ਤੁਹਾਡੀ ਡਿਕਸ਼ਨਰੀ 'ਚ ਲਿਖਿਆ ਹੈ ਦਾ ਐਕਟ ਔਰ ਸਟੇਟ ਆਫ ਕੀਪਿੰਗ ਟੂਗੈਦਰ ਯੂਨਿਟੀ, ਮਤਲਬ ਉਹੀ ਏਕੇ ਨਾਲ ਕੰਮ ਕਰਨ, ਇਕੱਠੇ ਮਿਲ ਕੇ ਕੰਮ ਕਰਨ, ਇਸ ਨੂੰ ਕਿਹਾ ਜਾਂਦਾ ਹੈ। ਅਕੋਰਡਿੰਗ ਟੂ ਦੀ ਫਾਈਂਡਿੰਗਸ ਆਫ ਦਾ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ, ਕਹਿੰਦੇ ਜੇਕਰ ਅਸੀਂ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ ਦੀਆਂ ਜਿਹੜੀਆਂ ਖੋਜਾਂ ਹੋਈਆਂ, ਫਾਈਂਡਿੰਗਸ ਹੋਈਆਂ, ਜੋ ਅੰਕੜੇ ਆਏ ਨੇ, ਉਹਨਾਂ ਦੇ ਅਨੁਸਾਰ ਆਪਾਂ ਦੇਖੀਏ ਤਾਂ ਨੈਸ਼ਨਲ ਜਿਓਫਿਜ਼ੀਕਲ ਰਿਸਰਚ ਇੰਸਟੀਚਿਊਟ ਬੱਚੋ ਇੱਕ ਸੰਗਠਨ ਹੈ ਜੋ ਵਾਤਾਵਰਣ ਦੇ ਨਾਲ ਸੰਬੰਧਿਤ ਅੰਕੜੇ ਇਕੱਠੇ ਕਰਦਾ ਹੈ। ਤਾਂ ਉਹ ਕੀ ਕਹਿੰਦਾ ਹੈ ਕਿ ਡਿਊ ਟੂ ਦਿਆ ਓਵਰ ਐਕਸਪਲੋਇਟੇਸ਼ਨ ਆਫ ਵਾਟਰ ਰਿਸੋਰਸਿਸ ਦਾ ਗਰਾਊਂਡ ਵਾਟਰ ਲੈਵਲਸ ਆਰ ਗੋਇੰਗ ਡਾਊਨ ਬਾਈ 60 ਸੈਂਟੀਮੀਟਰ ਐਵਰੀ ਈਅਰ। ਕਹਿੰਦੇ ਅਸੀਂ ਪਾਣੀ ਦੇ ਸਰੋਤਾਂ ਦਾ ਬਹੁਤ ਹੀ ਜ਼ਿਆਦਾ ਦੁਰਵਰਤੋਂ ਕਰ ਰਹੇ ਹਾਂ, ਤਾਂ ਉਹਦੇ ਕਰਕੇ ਕੀ ਹੋ ਰਿਹਾ ਹੈ ਕਿ ਜਿਹੜਾ ਗਰਾਊਂਡ ਵਾਟਰ ਹੈ, ਧਰਤੀ ਹੇਠਲਾ ਪਾਣੀ ਹੈ, ਉਹਦਾ ਪੱਧਰ ਹਰ ਸਾਲ 60 ਸੈਂਟੀਮੀਟਰ ਗੋਇੰਗ ਡਾਊਨ ਨੀਚੇ ਚਲਾ ਜਾਂਦਾ ਹੈ। ਮਤਲਬ ਹਰ ਸਾਲ ਜੇ ਆਪਾਂ ਦੇਖੀਏ ਤਾਂ 60 ਸੈਂਟੀਮੀਟਰ ਹਰ ਸਾਲ ਚਲਾ ਜਾਂਦਾ ਹੈ ਉਹ ਨੀਚੇ। The Punjab has in less than 30 years used up groundwater reserves built up over the last 105 years। ਕਹਿੰਦੇ ਪੰਜਾਬ ਦੇ ਲੋਕਾਂ ਨੇ ਕੀ ਕਰਿਆ 105 ਸਾਲਾਂ ਦੇ ਵਿੱਚ, 105 ਸਾਲਾਂ ਦੇ ਵਿੱਚ ਜਿਹੜੇ ਆਪਾਂ ਨੇ ਗਰਾਊਂਡ ਵਾਟਰ ਰਿਜ਼ਰਵਸ ਬਣਾਏ ਸੀ, ਮਤਲਬ ਧਰਤੀ ਹੇਠਲੇ ਪਾਣੀ ਨੂੰ ਇਕੱਠਾ ਕਰਕੇ ਆਪਾਂ ਨੇ ਜੋ ਵੀ ਰਿਜ਼ਰਵ ਬਣਾਏ ਸੀਗੇ, ਉਹਨੂੰ 30 ਸਾਲਾਂ 'ਚ ਹੀ ਖਤਮ ਕਰ ਲਿਆ। ਇਨ ਲੈਸ ਦੈਨ 30 ਈਅਰਸ, 30 ਸਾਲਾਂ ਤੋਂ ਪਹਿਲਾਂ ਹੀ ਖਤਮ ਕਰ ਲਿਆ। ਪਿਛਲੇ 105 ਸਾਲ ਦਾ ਜਿਹੜਾ ਆਪਾਂ ਨੇ ਕੰਮ ਕਰਿਆ ਸੀ, ਉਹ 30 ਸਾਲਾਂ ਤੋਂ ਘੱਟ ਦੇ ਵਕਫੇ 'ਚ ਹੀ ਆਪਾਂ ਨੇ ਸਾਰਾ ਕੰਮ ਖਤਮ ਕਰਤਾ ਉਹ। In order to reach the water table, farmers are forced to dig deeper and deeper into the ground। ਕਹਿੰਦੇ ਹੁਣ ਵਾਟਰ ਟੇਬਲ ਤੱਕ ਜਾਣ ਦੇ ਲਈ, ਵਾਟਰ ਟੇਬਲ ਉਹੀ ਪਾਣੀ ਦਾ ਪੱਤਨ ਨੂੰ ਕਿਹਾ ਜਾਂਦਾ ਹੈ, ਉਹਦੇ ਤੱਕ ਜਾਣ ਦੇ ਲਈ ਕਿਸਾਨ ਕੀ ਕਰ ਰਹੇ ਨੇ, ਹੋਰ ਡੂੰਘਾ ਆਪਣਾ ਬੋਰ ਕਰੀ ਜਾ ਰਹੇ ਨੇ ਇਨਟੂ ਦਾ ਗਰਾਊਂਡ ਐਂਡ ਯੂਜ਼ ਮੋਰ ਪਾਵਰ ਟੂ ਪੰਪ ਆਊਟ ਵਾਟਰ, ਅਤੇ ਹੋਰ ਜ਼ਿਆਦਾ ਪਾਵਰ ਯੂਜ਼ ਕਰਦੇ ਨੇ, ਸ਼ਕਤੀ ਯੂਜ਼ ਕਰਦੇ ਨੇ ਪਾਣੀ ਨੂੰ ਬਾਹਰ ਕੱਢਣ ਦੇ ਲਈ। ਪੰਪ ਆਊਟ, ਪਾਣੀ ਨੂੰ ਧਰਤੀ 'ਚੋਂ ਬਾਹਰ ਕੱਢਣ ਨੂੰ ਪੰਪ ਆਊਟ ਕਿਹਾ ਜਾਂਦਾ ਹੈ ਜੀ। Even residents in cities using hand pump water are having to dig deeper than they did say 10 years ago। ਕਹਿੰਦੇ ਇਹ ਤਾਂ ਚਲੋ ਪਿੰਡਾਂ ਦੀ ਗੱਲ ਹੋ ਗਈ ਕਿ ਫਾਰਮਰਸ ਜਿਹੜੇ ਆ ਹਰ ਸਾਲ ਪਾਣੀ ਨੂੰ ਧਰਤੀ 'ਚੋਂ ਕੱਢਣ ਦੇ ਲਈ ਹੋਰ ਪਾਵਰ ਯੂਜ਼ ਕਰਦੇ ਆ ਮੋਟਰਾਂ ਦੀ, ਪਰ ਜੇਕਰ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਸ਼ਹਿਰਾਂ ਦੇ ਜਿਹੜੇ ਵਾਸੀ ਨੇ ਉਹ ਹੈਂਡ ਪੰਪ ਯੂਜ਼ ਕਰਦੇ ਸੀ 10 ਸਾਲ ਪਹਿਲਾਂ। ਤਾਂ 10 ਸਾਲ ਪਹਿਲਾਂ ਹੈਂਡ ਪੰਪ ਯੂਜ਼ ਕਰਦੇ ਹੋਏ ਪਾਣੀ ਜਿੱਥੋਂ ਆ ਜਾਂਦਾ ਸੀ ਹੁਣ ਨਹੀਂ ਆ ਰਿਹਾ, ਤੇ ਉਹਨਾਂ ਨੂੰ ਕੀ ਕਰਨਾ ਪੈ ਰਿਹਾ ਹੈ, ਹੈਵਿੰਗ ਟੂ ਡਿਗ ਡੀਪਰ। ਹੈਂਡ ਪੰਪ ਦਾ ਬੋਰ ਉਹਨਾਂ ਨੂੰ ਹੋਰ ਡੂੰਘਾ ਕਰਨਾ ਪੈ ਰਿਹਾ। ਦਾ ਐਕਸੈਸਿਵ ਡਿਕਲਾਈਨ ਇਨ ਵਾਟਰ ਟੇਬਲ ਇਜ਼ ਰਿਜ਼ਲਟਿੰਗ ਇਨ ਲੋ ਡਿਸਚਾਰਜ ਆਫ ਟਿਊਬਵੈਲਸ। ਹੁਣ ਹੋ ਕੀ ਰਿਹਾ, ਆਪਾਂ ਬੋਰ ਹੋਰ ਥੱਲੇ ਕਰੀ ਜਾ ਰਹੇ ਹਾਂ, ਉਹਦੇ ਨਾਲ ਕੀ ਹੋ ਰਿਹਾ, ਵਾਟਰ ਟੇਬਲ ਦਾ ਜਿਹੜਾ ਪਾਣੀ ਦਾ ਪੱਤਨ ਨੀਚੇ ਜਾਈ ਜਾ ਰਿਹਾ। ਡਿਕਲਾਈਨ ਦਾ ਮਤਲਬ ਨੀਚੇ ਜਾਈ ਜਾ ਰਿਹਾ ਹੈ, ਤੇ ਰਿਜ਼ਲਟ ਕੀ ਹੋ ਰਿਹਾ, ਨਤੀਜਾ ਕੀ ਨਿਕਲ ਰਿਹਾ ਹੈ ਕਿ ਟਿਊਬਵੈਲਾਂ ਦਾ ਜਿਹੜਾ ਪਾਣੀ ਹੈ ਉਹ ਘਟ ਗਿਆ। ਲੋ ਡਿਸਚਾਰਜ, ਟਿਊਬਵੈਲ 'ਚੋਂ ਪਾਣੀ ਘੱਟ ਆ ਰਿਹਾ ਹੈ। ਡੀਪਨਿੰਗ ਆਫ ਪਿਟਸ ਐਂਡ ਟਿਊਬਵੈਲਸ, ਸਾਨੂੰ ਟਿਊਬਵੈਲ ਦਾ ਬੋਰ ਹੋਰ ਨੀਚੇ ਡੂੰਘਾ ਕਰਨਾ ਪੈ ਰਿਹਾ ਹੈ। ਰਿਪਲੇਸਮੈਂਟ ਆਫ ਲੋ ਕੋਸਟ ਸੈਂਟਰੀਫਿਊਗਲ ਪੰਪਸ ਵਿਦ ਕੋਸਟਲੀਅਰ ਸਬਮਰਸੀਬਲ ਪੰਪਸ, ਅਤੇ ਸਾਨੂੰ ਜਿਹੜੇ
ਘੱਟ ਖਰਚੇ ਵਾਲੇ ਸੈਂਟਰੀਫਿਊਗਲ ਪੰਪ, ਜਿਨ੍ਹਾਂ ਨੂੰ ਆਪਾਂ ਬੱਚਿਓ ਟੁੱਲੂ ਪੰਪ ਕਹਿ ਦਿੰਦੇ ਸੀਗੇ, ਉਹਨਾਂ ਦੀ ਥਾਂ ਤੇ ਸਾਨੂੰ ਮਹਿੰਗੇ ਸਬਮਰਸੀਬਲ ਪੰਪ ਯੂਜ਼ ਕਰਨੇ ਪੈ ਰਹੇ ਨੇ। ਸਬਮਰਸੀਬਲ ਪੰਪ ਜਿਹੜੇ ਅੱਜ ਕੱਲ੍ਹ ਸਾਡੇ ਆਮ ਘਰਾਂ 'ਚ ਲੱਗੇ ਹੋਏ ਨੇ, ਖੇਤਾਂ ਦੀ ਤਾਂ ਗੱਲ ਹੀ ਛੱਡ ਦਿਓ, ਉਹਨਾਂ ਨੂੰ ਕਿਹਾ ਜਾਂਦਾ ਹੈ। ਹੋਇਆ ਕੀ ਕਿ ਟੁੱਲੂ ਪੰਪ ਦੇ ਤਾਂ ਹੱਥ ਖੜੇ ਹੋ ਗਏ, ਤਾਂ ਟੁੱਲੂ ਪੰਪਾਂ ਦੀ ਥਾਂ ਤੇ ਆਪਾਂ ਨੇ ਹੁਣ ਸਬਮਰਸੀਬਲ ਪੰਪ ਕਰਨੇ ਸ਼ੁਰੂ ਕਰਤੇ। ਐਂਡ ਇਨਕਰੀਜ਼ਡ ਐਨਰਜੀ ਕੋਸਟ, ਉਹਦੇ ਨਾਲ ਐਨਰਜੀ ਕੋਸਟ ਵੀ ਵੱਧ ਰਹੀ ਹੈ। ਯਾਦ ਕਰੋ ਕਿ ਅੱਜ ਤੋਂ 5-7 ਸਾਲ ਪਹਿਲਾਂ ਜਿਨ੍ਹਾਂ ਦੇ ਘਰੇ 0.5 ਦਾ ਜਾਂ ਵੱਧ ਤੋਂ ਵੱਧ 1 ਦਾ ਲੱਗਿਆ ਹੁੰਦਾ ਸੀ ਸਬਮਰਸੀਬਲ ਪੰਪ, ਉਹਦੇ ਨਾਲ ਪਾਣੀ ਨਿਕਲ ਜਾਂਦਾ ਸੀ। ਪਰ ਬੱਚਿਓ ਅੱਜ ਕੱਲ੍ਹ 1.5 2 ਦਾ ਲੱਗ ਰਿਹਾ, ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਵਧੂਗਾ। ਇਹ ਇਸੇ ਕਰਕੇ ਇੱਥੇ ਕਿਹਾ ਹੋਇਆ ਇਨਕਰੀਜ਼ਡ ਐਨਰਜੀ ਕੋਸਟ, ਕਿ ਉਸਦੀ ਕੀਮਤ ਵੱਧਦੀ ਜਾ ਰਹੀ ਹੈ। ਦੇਅਰ ਬਾਏ ਹੋ ਕੀ ਰਿਹਾ ਉਹਦੇ ਨਾਲ, ਅਫੈਕਟਿੰਗ ਦਾ ਸੋਸ਼ੀਓ ਇਕਨੋਮਿਕ ਕੰਡੀਸ਼ਨ ਆਫ ਸਮਾਲ ਐਂਡ ਮਾਰਜੀਨਲ ਫਾਰਮਰਸ ਆਫ ਦਾ ਸਟੇਟ। ਫਰਕ ਕਿਹਨੂੰ ਪੈ ਰਿਹਾ? ਫਰਕ ਤਾਂ ਬੱਚਿਓ ਜਿਹੜਾ ਛੋਟਾ ਕਿਸਾਨ ਹੈ ਜਾਂ ਮਾਰਜੀਨਲ ਗਰੀਬ ਕਿਸਾਨ ਹੈ ਇਸ ਪੰਜਾਬ ਸਟੇਟ ਦਾ, ਪੰਜਾਬ ਰਾਜ ਦਾ, ਉਸ ਦਾ ਸੋਸ਼ੀਓ ਇਕਨੋਮਿਕ ਕੰਡੀਸ਼ਨ ਹੋਰ ਪਤਲੀ ਹੋਈ ਜਾ ਰਹੀ ਹੈ। ਮਤਲਬ ਉਸ ਦੀ ਸਮਾਜਿਕ ਹਾਲਤ ਖਰਾਬ ਹੋ ਰਹੀ ਹੈ, ਅਤੇ ਇਕਨੋਮਿਕ ਮਤਲਬ ਉਹਦੀ ਜਿਹੜੀ ਆਰਥਿਕ ਹਾਲਾਤ ਹੈ ਉਹ ਵੀ ਕੋਈ ਹੁਣ ਵਧੀਆ ਨਹੀਂ ਰਹੀ। ਤਾਂ ਬੱਚਿਓ ਗਲੋਸਰੀ ਦੇ ਵਿੱਚ ਤੁਹਾਡਾ ਸੈਂਟਰੀਫਿਊਗਲ ਦਾ ਮਤਲਬ ਆਇਆ ਹੈ ਮੂਵਿੰਗ ਔਰ ਟੈਂਡਿੰਗ ਟੂ ਮੂਵ ਅਵੇ ਫਰੋਮ ਅ ਸੈਂਟਰ। ਤਾਂ ਜਿਹੜੇ ਬੱਚਿਓ ਟੁੱਲੂ ਪੰਪ ਸੀਗੇ ਨਾ, ਸੈਂਟਰੀਫਿਊਗਲ ਪੰਪ ਜਿਹਨਾਂ ਨੂੰ ਆਪਾਂ ਕਹਿੰਦੇ ਸੀਗੇ, ਉਹ ਸੈਂਟਰੀਫਿਊਗਲ ਫੋਰਸ ਤੇ ਬੇਸਡ ਹੁੰਦੇ ਸੀ, ਜਿਸ ਨੂੰ ਆਪਾਂ ਪੰਜਾਬੀ 'ਚ ਕੇਂਦਰੀ ਬਲ ਕਹਿੰਦੇ ਆ। ਤੇ ਜਿਹੜੇ ਸਬਮਰਸੀਬਲ ਹੈ, ਇਸ ਦਾ ਮਤਲਬ ਦੈਟ ਕੈਨ ਬੀ ਯੂਜ਼ਡ ਅੰਡਰ ਵਾਟਰ, ਦੈਟ ਐਗਜ਼ਾਮਪਲ ਆ ਸਬਮਰਸੀਬਲ ਪੰਪ। ਧਰਤੀ ਦੇ ਨੀਚੇ ਵਾਲਾ ਜਿਹੜਾ ਪਾਣੀ ਹੈ, ਤਾਂ ਉਸ ਨੂੰ ਕੱਢਣ ਦੇ ਲਈ ਜਿਹੜੇ ਅੱਜ ਕੱਲ੍ਹ ਯੂਜ਼ ਹੋ ਰਹੇ ਆ ਪੰਪ, ਉਹਨਾਂ ਨੂੰ ਆਪਾਂ ਸਬਮਰਸੀਬਲ ਪੰਪ ਕਹਿੰਦੇ ਆ। In the state, major share of water is taken by rice wheat cropping system। ਕਹਿੰਦੇ ਸਾਡੇ ਪੰਜਾਬ ਰਾਜ ਦੇ ਵਿੱਚ ਪਾਣੀ ਦਾ ਸਭ ਤੋਂ ਵੱਡਾ ਸ਼ੇਅਰ ਹਿੱਸਾ ਇਹ ਲਿਆ ਜਾਂਦਾ ਹੈ ਰਾਈਸ ਵੀਟ ਕ੍ਰੌਪਿੰਗ ਸਿਸਟਮ ਦੇ ਨਾਲ। ਰਾਈਸ ਦਾ ਮਤਲਬ ਹੁੰਦਾ ਹੈ ਜੀ ਚਾਵਲ, ਵੀਟ ਦਾ ਮਤਲਬ ਕਣਕ। ਸਾਨੂੰ ਪਤਾ ਹੈ ਸਾਡੇ ਪੰਜਾਬ ਦੇ ਵਿੱਚ ਕਣਕ ਤੇ ਚਾਵਲ ਇਹ ਦੋ ਹੀ ਫਸਲਾਂ ਜ਼ਿਆਦਾਤਰ ਉਗਾਈਆਂ ਜਾਂਦੀਆਂ, ਤੇ ਇਹਨੂੰ ਆਪਾਂ ਰਾਈਸ ਵੀਟ ਕ੍ਰੌਪਿੰਗ ਸਿਸਟਮ ਕਹਿੰਦੇ ਹਾਂ। ਤੇ ਇਹਦੇ 'ਚ ਪਾਣੀ ਬਹੁਤ ਜ਼ਿਆਦਾ ਲੱਗਦਾ ਹੈ। ਇਟ ਮੇ ਬੀ ਨੋਟਿਸ ਦੈਟ 1 ਕਿਲੋਗ੍ਰਾਮ ਆਫ ਰਾਈਸ ਕੰਜ਼ਿਊਮਸ 3500 to 4000 liters of water for its growth, depending upon its variety, sowing time, area, etc। ਕਹਿੰਦੇ ਇਹ ਸਾਨੂੰ ਨੋਟਿਸ ਕਰਨਾ ਚਾਹੀਦਾ ਹੈ, ਇਹ ਸਾਨੂੰ ਧਿਆਨ 'ਚ ਲਿਆਉਣਾ ਚਾਹੀਦਾ ਹੈ ਕਿ ਜੇਕਰ ਅਸੀਂ 1 ਕਿਲੋਗ੍ਰਾਮ ਚਾਵਲ ਉਗਾਉਂਦੇ ਹਾਂ, 1 ਕਿਲੋਗ੍ਰਾਮ ਚਾਵਲ ਦੀ ਪੈਦਾਵਾਰ ਕਰਦੇ ਹਾਂ, ਤਾਂ ਉਹ ਖਪਤ ਕਰਦਾ ਹੈ 3500 ਤੋਂ 4000 ਲੀਟਰ ਪਾਣੀ ਦੀ। ਪਾਣੀ ਦੇ 3500 ਤੋਂ 4000 ਲੀਟਰ ਸਿਰਫ 1 ਕਿਲੋਗ੍ਰਾਮ ਚਾਵਲ ਦੀ ਖਪਤ ਦੇ ਲਈ ਯੂਜ਼ ਹੋ ਜਾਂਦੇ ਆ। ਦੇਖੋ ਕਿੰਨਾ ਜ਼ਿਆਦਾ ਪਾਣੀ ਦੀ ਵੇਸਟੇਜ ਹੁੰਦੀ ਹੈ ਚਾਵਲ ਦੀ ਖੇਤੀ ਦੇ ਨਾਲ। ਅੱਛਾ, ਫਿਰ ਇਹ ਵੀ ਡਿਪੈਂਡ ਕਰਦਾ ਹੈ ਕਿ ਇਸ ਦੀ ਵੈਰਾਈਟੀ ਕੀ ਹੈ, ਮਤਲਬ ਚਾਵਲ ਦੀ ਕੀ ਕਿਸਮ ਹੈ, ਕਿਸ ਸਮੇਂ ਬੀਜਿਆ ਜਾ ਰਿਹਾ ਹੈ ਤੇ ਕਿੰਨੇ ਏਰੀਏ 'ਚ ਬੀਜਿਆ ਜਾ ਰਿਹਾ ਹੈ, ਇਹਦੇ ਤੇ ਡਿਪੈਂਡ ਕਰਦਾ ਹੈ ਤੇ ਉਸ ਹਿਸਾਬ ਦੇ ਨਾਲ ਪਾਣੀ ਦੀ ਖਪਤ ਹੁੰਦੀ ਹੈ। Therefore, ਇਸ ਕਰਕੇ it is the requirement of the present situation that the traditional cropping pattern should be changed immediately। ਕਹਿੰਦੇ ਇਸ ਕਰਕੇ ਇਹ ਅਜੋਕੀ ਜਿਹੜੀ ਹਾਲਤ ਹੈ ਉਸ ਦੀ ਜ਼ਰੂਰਤ ਹੈ, ਜੋ ਇਹ ਹਾਲਤ ਬਣ ਚੁੱਕੇ ਹਾਲਾਤ, ਜੋ ਇਹ ਹਾਲਾਤ ਪੰਜਾਬ ਦੇ ਬਣ ਚੁੱਕੇ, ਉਹਦੀ ਜ਼ਰੂਰਤ ਹੈ ਕਿ ਅਸੀਂ ਪਰੰਪਰਾਗਤ ਜਿਹੜੀ ਕ੍ਰੌਪਿੰਗ ਪੈਟਰਨ ਹੈ, ਟ੍ਰੈਡੀਸ਼ਨਲ ਦਾ ਮਤਲਬ ਇੱਥੇ ਹੋ ਗਿਆ ਬੱਚਿਓ ਪਰੰਪਰਾਗਤ, ਜਿਸ ਤਰੀਕੇ ਨਾਲ ਹੁਣ ਤੱਕ ਕਣਕ ਤੇ ਚਾਵਲ ਪੈਦਾ ਹੁੰਦੇ ਆ ਰਹੇ ਨੇ ਉਹਨੂੰ ਆਪਾਂ ਟ੍ਰੈਡੀਸ਼ਨਲ ਕ੍ਰੌਪਿੰਗ ਪੈਟਰਨ ਕਹਿੰਦੇ ਹਾਂ, ਕਿ ਅਸੀਂ ਉਸ ਨੂੰ ਇੱਕਦਮ ਇਮੀਡੀਏਟਲੀ ਹੁਣੇ ਹੀ ਚੇਂਜ ਕਰ ਦਈਏ, ਉਸ ਨੂੰ ਬਦਲ ਦਈਏ। Moreover, there is a need to strictly switch over to the technologies related to soil and agronomic management that save water without a loss in crop yields, leading to higher productivity per unit use of water। ਕਹਿੰਦੇ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਸਖਤੀ ਨਾਲ ਸਵਿਚ ਓਵਰ ਦਾ ਮਤਲਬ ਹੁੰਦਾ ਅਸੀਂ ਬਦਲ ਲਈਏ, ਉਹਨਾਂ ਆਪਣੇ ਆਪ ਨੂੰ ਬਦਲ ਲਈਏ, ਉਹਨਾਂ ਟੈਕਨੋਲੋਜੀਜ਼ ਵੱਲ, ਉਹਨਾਂ ਤਕਨੀਕਾਂ ਵੱਲ ਆਪਣੇ ਆਪ ਨੂੰ ਲੈ ਜਾਈਏ, ਜਿਸ ਦੇ ਨਾਲ ਕਿ ਸੋਇਲ ਦਾ ਮਤਲਬ ਜ਼ਮੀਨ ਅਤੇ ਐਗਰੋਨੋਮਿਕ ਮੈਨੇਜਮੈਂਟ ਦਾ ਮਤਲਬ ਹੁੰਦਾ ਹੈ, ਇੱਥੇ ਐਗਰੋਨੋਮਿਕ ਗਲੋਸਰੀ 'ਚ ਲਿਖਿਆ ਰਿਲੇਟਡ ਟੂ ਕ੍ਰੌਪਸ ਐਂਡ ਇਨਵਾਇਰਨਮੈਂਟ। ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਬੱਚਿਓ ਕਹਿੰਦੇ ਆ ਖੇਤੀ ਵਿਗਿਆਨ। ਖੇਤੀ ਸੰਬੰਧੀ ਵਿਗਿਆਨ ਦੀ ਜਿਹੜੀ ਮੈਨੇਜਮੈਂਟ ਹੈ, ਜਿਹੜੇ ਪ੍ਰਬੰਧ ਨੇ ਜਿਨ੍ਹਾਂ ਨਾਲ ਪਾਣੀ ਨੂੰ ਸੇਵ ਵੀ ਕਰੀਏ ਅਤੇ ਸਾਡਾ ਕ੍ਰੌਪ ਯੀਲਡ ਵੀ ਨਾ ਘਟੇ। ਕ੍ਰੌਪ ਯੀਲਡ ਦਾ ਮਤਲਬ ਹੁੰਦਾ ਬੱਚਿਓ ਝਾੜ, ਕਿ ਜਿਹੜੀ ਸਾਡੀ ਫਸਲ ਦੀ ਝਾੜ ਹੈ ਉਹ ਵੀ ਨਾ ਘਟੇ, ਪਾਣੀ ਵੀ ਸਾਡਾ ਸੇਵ ਹੋਵੇ। ਇਹ ਕਿਵੇਂ ਹੋ ਸਕਦਾ ਹੈ? ਜੇਕਰ ਅਸੀਂ ਜਿਹੜੀਆਂ ਸਾਡੀਆਂ ਪਰੰਪਰਾਗਤ ਤਕਨੀਕਾਂ ਨੇ ਉਹਨਾਂ ਨੂੰ ਬਦਲ ਲਈਏ ਨਵੀਆਂ ਤਕਨੀਕਾਂ ਦੇ ਨਾਲ, ਜਿਹਦੇ ਨਾਲ ਸਾਡੀ ਭੂਮੀ ਦੀ ਅਤੇ ਜੀਵ ਸੰਬੰਧੀ ਵਿਗਿਆਨ ਦੀ ਜਿਹੜੀ ਪ੍ਰਬੰਧ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜ੍ਹੇ। ਤੇ ਇਹਦੇ ਨਾਲ ਹੋਏਗਾ ਕਿ ਲੀਡਿੰਗ ਟੂ ਹਾਇਰ ਪ੍ਰੋਡਕਟਿਵਿਟੀ ਪਰ ਯੂਨਿਟ ਯੂਜ਼ ਆਫ ਵਾਟਰ, ਕਿ ਵਾਟਰ ਦੇ 1 ਯੂਨਿਟ ਯੂਜ਼ ਦੇ ਨਾਲ ਸਾਨੂੰ ਜ਼ਿਆਦਾ ਉਪਜ ਮਿਲੇਗੀ, ਜ਼ਿਆਦਾ ਪੈਦਾਵਾਰ ਮਿਲੇਗੀ। ਹੁਣ ਇੱਥੇ ਪਰ ਯੂਨਿਟ ਯੂਜ਼ ਆਫ ਵਾਟਰ ਦਾ ਮਤਲਬ ਇੱਥੇ ਲੀਟਰ ਤੋਂ ਹੈ, ਵਾਟਰ ਦੇ 1 ਲੀਟਰ ਤੋਂ ਸਾਨੂੰ ਉਪਜ ਜ਼ਿਆਦਾ ਮਿਲੇਗੀ। These technologies include planting and transplanting time of crops, irrigation scheduling and new irrigation methods, example sprinkler, drip, furrow, etc। ਕਹਿੰਦੇ ਹੁਣ ਇਹ ਜਿਹੜੀਆਂ ਤਕਨੀਕਾਂ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਹਾਇਰ ਪ੍ਰੋਡਕਟਿਵਿਟੀ ਲੈ ਸਕਦੇ ਹਾਂ, ਪਰ ਯੂਨਿਟ
यूज़ ऑफ वाटर ते ਤਾਂ ਉਹ ਕਿਹੜੀਆਂ ਤਕਨੀਕਾਂ ਨੇ ਤਾਂ ਉਹ ਹੈ ਜੀ ਪਲਾਂਟਿੰਗ ਅਤੇ ਟਰਾਂਸਪਲਾਂਟਿੰਗ ਟਾਈਮ ਆਫ ਕ੍ਰੌਪਸ ਕਿ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਅਸੀਂ ਪਲਾਂਟ ਕਰੀਏ ਉਹਨਾਂ ਨੂੰ ਬੀਜੀਏ ਅਤੇ ਉਹਨਾਂ ਦੀ ਟਰਾਂਸਪਲਾਂਟ ਕਰੀਏ ਮਤਲਬ ਕਿ ਇੱਕ ਫਸਲ ਤੋਂ ਬਾਅਦ ਦੂਜੀ ਫਸਲ ਜਾਂ ਮਿਸ਼ਰਿਤ ਖੇਤੀ ਜਿਹਨੂੰ ਆਪਾਂ ਕਹਿੰਦੇ ਆ ਉਸ ਤਰੀਕੇ ਦੀ ਆਪਾਂ ਖੇਤੀ ਕਰੀਏ ਅਤੇ ਇਰੀਗੇਸ਼ਨ ਸਕੈਜੂਲਿੰਗ ਅਤੇ ਉਹਦਾ ਜਿਹੜਾ ਅਸੀਂ ਸਿੰਜਾਈ ਦਾ ਜੋ ਅਸੀਂ ਮੌਸਮ ਹੈ ਉਹ ਵੀ ਅਸੀਂ ਸਕੈਜੂਲ ਕਰੀਏ ਕਿ ਉਸ ਦਾ ਵੀ ਅਸੀਂ ਇੱਕ ਸਮਾਂ ਨਿਯਮਿਤ ਕਰੀਏ ਕਿ ਅਸੀਂ ਇਸ ਟਾਈਮ 'ਤੇ ਫਸਲ ਇਹ ਉਗਾਉਣੀ ਹੈ ਅਤੇ ਫਿਰ ਦੂਸਰੀ ਟਾਈਮ 'ਤੇ ਅਸੀਂ ਇਹ ਫਸਲ ਉਗਾਉਣੀ ਹੈ ਅਤੇ ਨਿਊ ਇਰੀਗੇਸ਼ਨ ਮੈਥਡ ਯੂਜ਼ ਕਰੀਏ ਅਤੇ ਨਵੇਂ ਸਿੰਚਾਈ ਦੇ ਮੈਥਡ ਯੂਜ਼ ਕਰੀਏ ਅਤੇ ਹੁਣ ਇਹ ਨਵੇਂ ਸਿੰਚਾਈ ਦੇ ਮੈਥਡਸ ਕਿਹੜੇ ਨੇ ਸਭ ਤੋਂ ਪਹਿਲਾਂ ਇਹਨਾਂ ਨੇ ਦੱਸਿਆ ਜੀ ਸਪ੍ਰਿੰਕਲਰ ਤਾਂ ਸਪ੍ਰਿੰਕਲਰ ਦਾ ਮਤਲਬ ਦੱਸਿਆ ਹੋਇਆ ਜੀ ਅ ਡਿਵਾਈਸ ਦੈਟ ਇਜ਼ ਯੂਜ਼ ਟੂ ਸਪਰੇ ਵਾਟਰ ਇਨ ਡ੍ਰੌਪਸ ਔਨ ਪਲਾਂਟਸ ਸੋਇਲ ਔਰ ਗ੍ਰਾਸ ਤਾਂ ਜਿਵੇਂ ਕਿ ਬੱਚੇ ਤੁਸੀਂ ਪਿਕ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਨਾ ਇੱਕ ਤਰ੍ਹਾਂ ਨਾਲ ਛਿੜਕਾਅ ਕੀਤਾ ਜਾਂਦਾ ਹੈ ਪਾਣੀ ਦਾ ਤਾਂ ਸਪਰੇ ਵਾਟਰ ਕਹਿ ਦਿੰਦੇ ਆ ਇਹਨੂੰ ਵਾਟਰ ਦਾ ਇੱਕ ਤਰ੍ਹਾਂ ਨਾਲ ਸਪਰੇ ਕੀਤਾ ਜਾਂਦਾ ਹੈ ਡ੍ਰੌਪ ਸਿੱਟੇ ਜਾਂਦੇ ਆ ਵਾਟਰ 'ਤੇ ਪਲਾਂਟਸ 'ਤੇ ਪੌਦਿਆਂ 'ਤੇ ਮਿੱਟੀ 'ਤੇ ਜਾਂ ਗ੍ਰਾਸ 'ਤੇ ਸਿੱਟੇ ਜਾਂਦੇ ਨੇ ਤਾਂ ਇਹਦੇ ਨਾਲ ਪਾਣੀ ਦੀ ਬੱਚਤ ਬਹੁਤ ਜ਼ਿਆਦਾ ਹੁੰਦੀ ਹੈ ਦੂਸਰਾ ਇਹਨਾਂ ਨੇ ਦੱਸਿਆ ਜੀ ਡ੍ਰਿਪ ਤਾਂ ਡ੍ਰਿਪ ਵੀ ਗਲੋਸਰੀ 'ਚ ਹੈ ਟੂ ਫਾਲ ਇਨ ਸਮਾਲ ਡ੍ਰੌਪਸ ਇਹਦੇ ਵਿੱਚ ਵੀ ਬੱਚਿਓ ਪਾਣੀ ਦੀਆਂ ਬੂੰਦਾਂ ਹੀ ਸਿੱਟੀਆਂ ਜਾਂਦੀਆਂ ਨੇ ਲੇਕਿਨ ਸਪ੍ਰਿੰਕਲ ਨਹੀਂ ਕੀਤੀਆਂ ਜਾਂਦੀਆਂ ਡ੍ਰਿਪ ਕੀਤੀਆਂ ਜਾਂਦੀਆਂ ਨੇ ਤਾਂ ਇੱਦਾਂ ਦੀਆਂ ਵੱਟਾਂ ਤੁਸੀਂ ਜਿਵੇਂ ਤੁਸੀਂ ਬੱਚਿਓ ਪਿਕ ਦੇਖ ਰਹੇ ਹੋ ਤਾਂ ਇੱਦਾਂ ਦੀਆਂ ਵੱਟਾਂ ਤੁਸੀਂ ਅੱਜ ਕੱਲ੍ਹ ਆਮ ਖੇਤਾਂ ਵਿੱਚ ਤੁਹਾਨੂੰ ਨਜ਼ਰ ਆ ਜਾਂਦੀਆਂ ਹੋਣਗੀਆਂ ਬਿਕੋਜ਼ ਇਹ ਕਾਫੀ ਜ਼ਿਆਦਾ ਇਹ ਵਾਲੀ ਡ੍ਰਿਪ ਇਰੀਗੇਸ਼ਨ ਹੈ ਜਿਹੜੀ ਅੱਜ ਕੱਲ੍ਹ ਪਾਪੂਲਰ ਹੋ ਰਹੀ ਹੈ ਤੀਸਰਾ ਹੈ ਬੱਚਿਓ ਇਹਨਾਂ ਨੇ ਦੱਸਿਆ ਫਰੋ ਤੇ ਗਲੋਸਰੀ ਵਿੱਚ ਫਰੋ ਦਾ ਮਤਲਬ ਦੱਸਿਆ ਹੋਇਆ ਲੌਂਗ ਨੈਰੋ ਕੱਟ ਇਨ ਦਾ ਗਰਾਊਂਡ ਸਪੈਸ਼ਲੀ ਵਨ ਮੇਡ ਬਾਈ ਅ ਪਲੋ ਫॉर ਪਲਾਂਟਿੰਗ ਸੀਡਸ ਇਨ ਤਾਂ ਬੀਜਾਂ ਨੂੰ ਬੀਜਣ ਦੇ ਲਈ ਵੱਟਾਂ ਬਣਾਈਆਂ ਜਾਂਦੀਆਂ ਨੇ ਜੀ ਤਾਂ ਫਰੋ ਦਾ ਮਤਲਬ ਵੀ ਵੱਟ ਹੁੰਦੀ ਹੈ ਤਾਂ ਉਹਦੇ ਵਿੱਚੋਂ ਦੀ ਪਾਣੀ ਛੱਡ ਕੇ ਵੱਟਾਂ ਦੇ ਵਿੱਚ ਪਾਣੀ ਛੱਡ ਕੇ ਤੇ ਫਿਰ ਸਿੰਚਾਈ ਕੀਤੀ ਜਾਂਦੀ ਹੈ ਤਾਂ ਇਹ ਜਿਹੜੇ ਤਿੰਨ ਨਵੇਂ ਇਰੀਗੇਸ਼ਨ ਮੈਥਡਸ ਨੇ ਸਪ੍ਰਿੰਕਲਰ ਡ੍ਰਿਪ ਤੇ ਫਰੋ ਇਰੀਗੇਸ਼ਨ ਹੈ ਇਸ ਦਾ ਜ਼ਿਕਰ ਹੋਇਆ ਹੈ ਫॉर ਯੂਜ਼ਿੰਗ ਅਵੇਲੇਬਲ ਵਾਟਰ ਰਿਸੋਰਸਿਸ ਇਫੈਕਟਿਵਲੀ ਐਂਡ ਐਫੀਸ਼ੀਐਂਟਲੀ ਕਹਿੰਦੇ ਸਾਡੇ ਕੋਲੇ ਜਿੰਨੇ ਵੀ ਉਪਲਬਧ ਪਾਣੀ ਦੇ ਸਰੋਤ ਨੇ ਵਾਟਰ ਰਿਸੋਰਸਿਸ ਨੇ ਉਹਨਾਂ ਨੂੰ ਅਸੀਂ ਅਸਰਦਾਰ ਤਰੀਕੇ ਦੇ ਨਾਲ ਅਤੇ ਵਧੀਆ ਤਰੀਕੇ ਦੇ ਨਾਲ ਯੂਜ਼ ਕਰ ਸਕੀਏ ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਵਾਟਰ ਯੂਜ਼ਰਸ ਐਸੋਸੀਏਸ਼ਨ ਸੁਸਾਇਟੀ ਸ਼ੁੱਡ ਬੀ ਕਨਸਟੀਟਿਊਟਡ ਕਹਿੰਦੇ ਇਹਦੇ ਲਈ ਸਾਨੂੰ ਵਾਟਰ ਯੂਜ਼ਰਸ ਐਸੋਸੀਏਸ਼ਨ ਮਤਲਬ ਇਹਨਾਂ ਦੇ ਸੰਗਠਨ ਸਮਾਜ ਸੇਵੀ ਸੰਸਥਾਨ ਇਹ ਸਾਨੂੰ ਬਣਾਉਣੇ ਚਾਹੀਦੇ ਨੇ ਇਹਨਾਂ ਦਾ ਸੰਗਠਨ ਕਰਨਾ ਚਾਹੀਦਾ ਹੈ Various measures, technologies for enhancing artificial groundwater recharge should also be adopted. Various measures, technologies for enhancing artificial groundwater recharge should also be adopted. ਕਹਿੰਦੇ ਸਾਨੂੰ ਅਲੱਗ-ਅਲੱਗ ਤਰੀਕੇ ਜਾਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਜਿਹਦੇ ਨਾਲ ਜਿਹੜਾ ਸਾਡਾ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਬਣਾਉਟੀ ਤਰੀਕੇ ਨਾਲ ਜਿਹੜਾ ਸਾਡਾ ਗਰਾਊਂਡ ਵਾਟਰ ਹੈ ਭੂਮੀ ਹੇਠਲਾ ਪਾਣੀ ਹੈ ਉਹ ਇਨਹਾਂਸ ਹੋ ਜਾਏ ਵੱਧ ਜਾਵੇ ਉਸਦਾ ਪੱਧਰ ਉੱਚਾ ਹੋ ਜਾਏ ਕਿਸੇ ਤਰੀਕੇ ਨਾਲ ਤਾਂ ਉਹ ਸਾਨੂੰ ਅਡੋਪਟ ਕਰਨੇ ਚਾਹੀਦੇ ਨੇ ਅਜਿਹੇ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ ਨੇ ਵੀ ਮਸਟ ਹੀਅਰ ਦੀ ਵਾਰਨਿੰਗ ਬੈਲਸ ਐਂਡ ਐਕਟ ਬਿਫੋਰ ਇਟ ਇਜ਼ ਟੂ ਲੇਟ ਕਹਿੰਦੇ ਸਾਨੂੰ ਇਹ ਜਿਹੜੀਆਂ ਵਾਰਨਿੰਗ ਬੈਲਸ ਨੇ ਜੋ ਸਾਨੂੰ ਖਤਰੇ ਦੀਆਂ ਘੰਟੀਆਂ ਸੁਣ ਰਹੀਆਂ ਨੇ ਕਿ ਧਰਤੀ ਦਾ ਪਾਣੀ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਪਾਣੀ ਦੇ ਵਿੱਚ ਨਾਈਟ੍ਰੇਟਸ ਦੀ ਮਾਤਰਾ ਵੱਧਦੀ ਜਾ ਰਹੀ ਹੈ ਇਹਨਾਂ ਸਾਰੀਆਂ ਘੰਟੀਆਂ ਨੂੰ ਸਾਨੂੰ ਸੁਣਨਾ ਚਾਹੀਦਾ ਹੈ ਵੀ ਮਸਟ ਹੀਅਰ ਇਹਨੂੰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਅਤੇ ਫਿਰ ਸਾਨੂੰ ਇਸ ਦੇ ਅਕੋਰਡਿੰਗਲੀ ਐਕਟ ਕਰਨਾ ਚਾਹੀਦਾ ਸਾਨੂੰ ਕੁਝ ਕਰਨਾ ਚਾਹੀਦਾ ਹੈ ਬਿਫੋਰ ਇਟ ਇਜ਼ ਟੂ ਲੇਟ ਨਹੀਂ ਤਾਂ ਬਹੁਤ ਹੀ ਜ਼ਿਆਦਾ ਦੇਰ ਹੋ ਜਾਵੇਗੀ ਐਵਰੀ ਡ੍ਰੌਪ ਆਫ ਵਾਟਰ ਇਜ਼ ਪ੍ਰੈਸ਼ੀਅਸ ਐਂਡ ਨੀਡਸ ਟੂ ਬੀ ਸੇਵਡ ਵੇਅਰ ਐਵਰ ਐਂਡ ਇਨ ਵਟ ਐਵਰ ਵੇ ਇਟ ਇਜ਼ ਪੋਸੀਬਲ ਕਹਿੰਦੇ ਜਿਵੇਂ ਕਿਵੇਂ ਹੋ ਸਕੇ ਜਿੱਥੇ ਕਿਤੇ ਵੀ ਹੋ ਸਕੇ ਵਟ ਐਵਰ ਐਂਡ ਵੇਅਰ ਐਵਰ ਦਾ ਮਤਲਬ ਜਿੱਥੇ ਕਿਤੇ ਵੀ ਹੋ ਸਕੇ ਜਿਵੇਂ ਕਿਵੇਂ ਵੀ ਹੋ ਸਕੇ ਜੋ ਵੀ ਸੰਭਵ ਹੋਵੇ ਤਾਂ ਸਾਨੂੰ ਹਰ ਇੱਕ ਪਾਣੀ ਦੀ ਬੂੰਦ ਨੂੰ ਸੇਵ ਕਰਨਾ ਚਾਹੀਦਾ ਹੈ ਕਿਉਂਕਿ ਇਹ ਪ੍ਰੈਸ਼ੀਅਸ ਹੈ ਇਹ ਕੀਮਤੀ ਹੈ ਐਵਰੀ ਡੇ ਇਨ ਰੂਰਲ ਕਮਿਊਨਿਟੀਜ਼ ਐਂਡ ਪੂਅਰ ਅਰਬਨ ਸੈਂਟਰਸ ਥਰੂ ਆਊਟ ਇੰਡੀਆ ਹੰਡਰਡਸ ਆਫ ਮਿਲੀਅਨਸ ਆਫ ਪੀਪਲ ਸਫਰ ਫਰੋਮ ਅ ਲੈਕ ਆਫ ਐਕਸੈਸ ਟੂ ਕਲੀਨ ਸੇਫ ਵਾਟਰ ਕਹਿੰਦੇ ਰੋਜ਼ ਪੂਰੇ ਭਾਰਤ ਦੇ ਵਿੱਚ ਇੱਕ ਤਾਂ ਪੇਂਡੂ ਖੇਤਰ ਹੋ ਗਏ ਰੂਰਲ ਕਮਿਊਨਿਟੀਜ਼ ਹੋ ਗਏ ਪੇਂਡੂ ਖੇਤਰਾਂ ਦੇ ਸਮੁਦਾਇ ਹੋ ਗਏ ਜਾਂ ਪੂਅਰ ਅਰਬਨ ਸੈਂਟਰਸ ਹੋ ਗਏ ਗਰੀਬ ਸ਼ਹਿਰੀ ਇਲਾਕੇ ਹੋ ਗਏ ਉੱਥੇ ਮਿਲੀਅਨਸ ਆਫ ਪੀਪਲ ਲੱਖਾਂ ਲੋਕ ਸਫ਼ਰ ਕਰਦੇ ਨੇ ਪੀੜਿਤ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪੀਣ ਦੇ ਲਈ ਸਾਫ਼ ਸੁਰੱਖਿਅਤ ਪਾਣੀ ਨਹੀਂ ਮਿਲਦਾ ਲੈਕ ਆਫ ਐਕਸੈਸ ਦਾ ਮਤਲਬ ਹੁੰਦਾ ਹੈ ਪਹੁੰਚ ਤੋਂ ਦੂਰ ਹੋਣਾ ਉਹ ਵਿਚਾਰੇ ਪਹੁੰਚ ਤੋਂ ਦੂਰ ਨੇ ਕਿਸ ਦੀ ਪਹੁੰਚ ਤੋਂ ਦੂਰ ਨੇ ਕਿਉਂਕਿ ਉਹਨਾਂ ਨੂੰ ਕਲੀਨ ਵਾਟਰ ਨਹੀਂ ਮਿਲਦਾ ਸੇਫ ਵਾਟਰ ਨਹੀਂ ਮਿਲਦਾ ਅਤੇ ਇਹ ਪ੍ਰੋਬਲਮ ਕਿੱਥੇ ਆ ਰਹੀ ਹੈ ਬੱਚਿਓ ਰੂਰਲ ਕਮਿਊਨਿਟੀਜ਼ 'ਚ ਆ ਰਹੀ ਹੈ ਅਤੇ ਪੂਅਰ ਅਰਬਨ ਸੈਂਟਰਸ 'ਚ ਆ ਰਹੀ ਹੈ ਜਿਹੜੇ ਰਿਚ ਅਰਬਨ ਸੈਂਟਰਸ ਨੇ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਬੱਚਿਓ ਹਮੇਸ਼ਾ ਲਾਸ ਕਿਸ ਦਾ ਹੁੰਦਾ ਹਮੇਸ਼ਾ ਕੌਣ ਮਰਦਾ ਗਰੀਬ ਬੰਦਾ ਮਰਦਾ women and girls especially bear the burden of walking miles at a time to gather water from streams and ponds full of waterborne diseases ਕਹਿੰਦੇ ਹੁਣ ਸਾਡੀਆਂ ਭਾਰਤ ਦੀਆਂ ਕਿੰਨੀਆਂ ਹੀ ਇਸਤਰੀਆਂ ਤੇ ਕੁੜੀਆਂ ਨੇ ਸਪੈਸ਼ਲੀ ਮਤਲਬ ਉਹਨਾਂ ਨੂੰ ਖਾਸ ਤੌਰ 'ਤੇ ਵਿਚਾਰੀਆਂ ਨੂੰ ਜਾਣਾ ਪੈਂਦਾ ਹੈ ਇਹ ਬਰਡਨ ਚੱਕਣਾ ਪੈਂਦਾ ਹੈ ਇਹ ਭਾਰ ਚੱਕਣਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਮੀਲਾਂ ਦੂਰ ਚੱਲਣਾ ਪੈਂਦਾ ਹੈ ਪਾਣੀ ਨੂੰ ਪ੍ਰਾਪਤ ਕਰਨ ਦੇ ਲਈ ਕਿੱਥੋਂ ਨਦੀਆਂ ਤੋਂ
ਅਤੇ ਪੌਂਡਸ ਅਤੇ ਛੱਪੜਾਂ ਤੋਂ, ਅਤੇ ਉਹਨਾਂ ਛੱਪੜਾਂ ਤੇ ਉਹਨਾਂ ਛੋਟੀਆਂ ਨਦੀਆਂ ਦੇ ਵਿੱਚ ਜਿਹੜਾ ਪਾਣੀ ਹੈ ਫੁੱਲ ਆਫ ਵਾਟਰ ਬੋਰਨ ਡਿਸੀਜ਼ਿਜ਼ ਹੈ, ਮਤਲਬ ਉਹ ਬਿਮਾਰੀ ਲਾਉਣ ਵਾਲਾ ਪਾਣੀ ਹੈ, ਵਾਟਰ ਬੋਰਨ ਡਿਸੀਜ਼ਿਜ਼, ਜਿਹਨੂੰ ਪੀ ਕੇ ਬਿਮਾਰੀਆਂ ਲੱਗਣਗੀਆਂ ਹੀ ਲੱਗਣਗੀਆਂ। ਦੈਟ ਆਰ ਮੇਕਿੰਗ ਦੈਮ ਐਂਡ ਦੇਅਰ ਫੈਮਿਲੀ ਸਿਕ। ਉਸ ਪਾਣੀ ਦੇ ਨਾਲ ਹੋ ਕੀ ਰਿਹਾ ਹੈ, ਉਹ ਆਪ ਤਾਂ ਬਿਮਾਰ ਹੋ ਹੀ ਰਹੀਆਂ ਨੇ, ਮੇਕਿੰਗ ਦੈਮ, ਆਪ ਤਾਂ ਬਿਮਾਰ ਹੋ ਹੀ ਰਹੀਆਂ ਨੇ, ਅਤੇ ਨਾਲ ਹੀ ਉਹਨਾਂ ਦੀਆਂ ਜਿਹੜੀਆਂ ਫੈਮਿਲੀਜ਼ ਨੇ, ਪਰਿਵਾਰ ਨੇ, ਉਹ ਵੀ ਸਿੱਕ ਹੋ ਰਹੇ ਨੇ, ਉਹ ਵੀ ਬਿਮਾਰ ਹੋ ਰਹੇ ਨੇ। ਪਹਿਲਾਂ ਤਾਂ ਦੇਖੋ ਉਹਨਾਂ ਨੂੰ ਪਾਣੀ ਲਈ ਕਿੰਨੀ ਮੀਲਾਂ ਦੂਰ ਜਾਣਾ ਪੈਂਦਾ ਹੈ, ਪਾਣੀ ਲਈ ਮੀਲਾਂ ਦੂਰ ਜਾਣਾ ਪੈਂਦਾ, ਤੇ ਜਿਹੜਾ ਪਾਣੀ ਉਹਨਾਂ ਨੂੰ ਮਿਲਦਾ ਹੈ ਉਹ ਵੀ ਪਾਣੀ ਪਿਓਰ ਨਹੀਂ ਹੈ, ਉਹ ਵੀ ਪਾਣੀ ਡਿਸੀਜ਼ ਫੈਲਾਉਣ ਵਾਲਾ ਪਾਣੀ ਹੈ, ਬਿਮਾਰੀਆਂ ਫੈਲਾਉਣ ਵਾਲਾ ਪਾਣੀ ਹੈ, ਜਿਹਦੇ ਨਾਲ ਆਪ ਬਿਮਾਰ ਹੋ ਰਹੀਆਂ ਨੇ, ਨਾਲੇ ਆਪਣੇ ਪਰਿਵਾਰ ਨੂੰ ਬਿਮਾਰ ਕਰ ਰਹੀਆਂ ਨੇ। What each of us does in the world, how we live does make a difference। ਕਹਿੰਦੇ ਸਾਡੇ ਵਿੱਚੋਂ ਕੋਈ ਵੀ ਇਸ ਸੰਸਾਰ 'ਚ ਕੀ ਕਰਦਾ ਹੈ, ਕਿਵੇਂ ਜਿੰਦਾ ਹੈ, ਉਹ ਇੱਕ ਅੰਤਰ ਪੈਦਾ ਕਰਦਾ ਹੈ, ਮੇਕ ਅ ਡਿਫਰੈਂਸ, ਉਹ ਇੱਕ ਫਰਕ ਲਿਆ ਸਕਦਾ ਹੈ। What each of us does in the world, how we live does make a difference। ਕਹਿੰਦੇ ਸਾਡੇ ਵਿੱਚੋਂ ਕੋਈ ਵੀ ਸੰਸਾਰ 'ਚ ਕੀ ਕਰਦਾ ਹੈ, does ਕੀ ਕਰਦਾ ਹੈ, how we live ਅਸੀਂ ਕਿਵੇਂ ਰਹਿੰਦੇ ਹਾਂ, ਉਸ ਦੇ ਵਿੱਚ ਉਹ ਅਸਰ ਲਿਆਂਦਾ ਹੈ। ਦੇਖੋ ਦੋ ਗੱਲਾਂ ਦਾ ਜ਼ਿਕਰ ਹੋ ਗਿਆ, ਇੱਕ ਤਾਂ ਅਸੀਂ ਲੋਕ ਰਹਿੰਦੇ ਹਾਂ ਸੰਸਾਰ 'ਚ, ਤੇ ਸਾਡੇ ਵਿੱਚੋਂ ਉਸ ਸੰਸਾਰ ਵਿੱਚ ਰਹਿੰਦੇ ਹੋਏ ਕੋਈ ਕੀ ਕਰਦਾ ਹੈ, ਉਹਦੇ ਨਾਲ ਅਸਰ ਪੈਂਦਾ, ਉਹਦੇ ਨਾਲ ਫਰਕ ਪੈਂਦਾ ਦੂਜਿਆਂ ਦੀ ਜ਼ਿੰਦਗੀ 'ਚ। ਵੀ ਸ਼ੁੱਡ ਲਰਨ ਦਾ ਵੈਲਿਊ ਆਫ ਕਲੀਨ ਸੇਫ ਵਾਟਰ। ਸਾਨੂੰ ਸਿੱਖਣਾ ਚਾਹੀਦਾ ਹੈ ਕਿ ਸੁਰੱਖਿਅਤ ਤੇ ਸਾਫ਼ ਪਾਣੀ ਦੀ ਵੈਲਿਊ ਕੀ ਹੈ, ਉਸ ਦੀ ਕੀਮਤ ਕੀ ਹੈ। ਵੀ ਸ਼ੁੱਡ ਟੇਕ ਸਟੈਪਸ ਟੂ ਪ੍ਰੋਟੈਕਟ ਇਟ ਐਂਡ ਗੈਟ ਇਟ ਟੂ ਦਾ ਪੀਪਲ ਹੂ ਲੈਕ ਐਕਸੈਸ ਟੂ ਇਟ ਟੂਡੇ। ਕਹਿੰਦੇ ਸਾਨੂੰ ਕਦਮ ਚੁੱਕਣੇ ਚਾਹੀਦੇ ਨੇ, ਇਸ ਦੀ ਅਸੀਂ ਸੰਭਾਲ ਕਰੀਏ, ਇਸ ਨੂੰ ਸੰਭਾਲੀਏ ਅਤੇ ਉਹਨਾਂ ਲੋਕਾਂ ਤੱਕ ਲੈ ਕੇ ਜਾਈਏ। ਗੈਟ ਇਟ ਟੂ ਦਾ ਪੀਪਲ, ਉਹਨਾਂ ਲੋਕਾਂ ਤੱਕ ਲੈ ਕੇ ਜਾਈਏ ਜਿਨ੍ਹਾਂ ਤੋਂ ਇਹ ਚੀਜ਼ ਪਹੁੰਚ ਤੋਂ ਦੂਰ ਹੈ, ਲੈਕ ਐਕਸੈਸ, ਉਹਨਾਂ ਦੀ ਪਹੁੰਚ ਤੋਂ ਦੂਰ ਹੈ ਇਹ ਪਾਣੀ। ਸਾਨੂੰ ਉਹਨਾਂ ਲੋਕਾਂ ਦੇ ਕੋਲ ਇਹ ਸਾਫ਼ ਤੇ ਸੁਰੱਖਿਅਤ ਪਾਣੀ ਲੈ ਕੇ ਜਾਣਾ ਚਾਹੀਦਾ। ਤੇ ਲੋਕ ਕਿੱਥੇ ਬੈਠੇ ਨੇ, ਰੂਰਲ ਕਮਿਊਨਿਟੀਜ਼ ਤੇ ਪੂਅਰ ਅਰਬਨ ਸੈਂਟਰਸ। ਡਾਕਟਰ ਡੀ.ਵੀ. ਜਿੰਦਲ। ਤਾਂ ਸਟੂਡੈਂਟਸ, ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਆ ਗਿਆ ਹੋਏਗਾ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਸਟੂਡੈਂਟਸ ਤੁਸੀਂ ਮੇਰੇ ਨਾਲ ਕਮੈਂਟ ਸੈਕਸ਼ਨ ਦੇ ਜ਼ਰੀਏ ਜੁੜ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ +1 ਕਲਾਸ ਦੇ ਬਣਾਏ ਹੋਏ ਮੇਰੇ ਸਾਰੇ ਵੀਡੀਓਜ਼ ਦੇ ਲਿੰਕ ਇੱਕ ਵਾਰੀ ਫੇਰ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ, ਤੇ ਉਮੀਦ ਕਰਦਾ ਹਾਂ ਜਿਹੜੇ ਵੀ ਤੁਹਾਡੇ ਵੀਡੀਓਜ਼ ਰਹਿੰਦੇ ਨੇ ਤੁਸੀਂ ਉਹ ਸਾਰੇ ਵੀਡੀਓ ਜ਼ਰੂਰ ਦੇਖੋਗੇ। ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨਸ ਅਤੇ ਇਸ ਚੈਪਟਰ ਦੇ ਐਂਡ ਵਿੱਚ ਦਿੱਤੀਆਂ ਹੋਈਆਂ ਐਕਸਰਸਾਈਜ਼ਸ ਵਿਦ ਸੋਲੂਸ਼ਨਸ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।